ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼। ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਧਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦਾ ਬਾਰ ਬਾਰ ਜਗਦੀਸਾ ਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। 10 ਅਬ ਨੇਮ ਸੁਨੋ ਮਨ ਲਾਏ। ਪ੍ਰਥਮੇ ਤਪਸੋ 3 ਪ੍ਰਕਾਰਾ ਰਜ ਤਮ ਬੌਰ ਸ਼ਾਂਤ ਕੀ ਸਾਰਾ। ਛੋਦਾ ਅਗਨ ਜਲ ਸੋ ਤਨ ਤਾਵਾ ਇਹ ਤਾਮਸੀ ਫਲ ਦਾ ਗਾਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ ਗੁਰ ਕਿਰਪਾਲ ਜਪੈ ਤਾਪ ਗੁਣ ਸਭ ਛਪੇ। ਐਸੇ ਕਰਨ ਕਾਰਨ ਦੀਨ ਦਿਆਲ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਸਤਿਗੁਰੂ 9ਵੇਂ ਪਾਤਸ਼ਾਹ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਦਿਨ ਦੁਨੀਆਂ ਦੇ ਮਾਲਕ ਪਹਿਲੇ ਗੁਰਦੇਵ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਸਾਹਿਬ ਜੀ ਰਾਜੇ ਸ਼ਿਵਨਾਭ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਤਿਸ ਦੀ ਭਾਵਨਾ ਵੇਖ ਕੇ
ਜਿਨੇ ਬਚਨ ਕੀਤਾ ਹੈ ਰਾਜਨ। ਆਤਮ ਸਰੂਪ ਨੂੰ ਜਾਣਨੇ ਵਾਸਤੇ ਦੋ ਰਾਹ ਦੱਸੇ ਜਾਂਦੇ ਹਨ। ਇੱਕ ਕਸ਼ਟ ਯੋਗ ਹੈ, ਦੂਸਰਾ ਭਗਤ ਯੋਗ ਹੈ। ਜਿਹੜਾ ਕਸ਼ਟ ਯੋਗ ਹੈ ਉਹਦੇ 8 ਅੰਗ ਹਨ। ਯਮ, ਨੇਮ, ਪ੍ਰਾਣਾਯਾਮ, ਇਸੇ ਤਰ੍ਹਾਂ ਆਸਣ, ਧਾਰਨਾ, ਧਿਆਨ, ਸਮਾਧੀ, ਇਹ 8 ਅੰਗ ਨੇ ਜਿਹੜੇ ਕਸ਼ਟ ਯੋਗ ਦੇ ਮੰਨੇ ਜਾਂਦੇ ਹਨ। ਉਹਦੇ ਵਿੱਚ ਜੋ ਪ੍ਰਥਮ ਯਮ ਹੈ ਉਹ 10 ਪ੍ਰਕਾਰ ਦਾ ਹੈ। 10 ਪ੍ਰਕਾਰ ਦਾ ਯਮ, ਉਹਦੀ ਵਿਆਖਿਆ ਆਪਾਂ ਕੱਲ ਦੀ ਕਥਾ 'ਚ ਸਰਵਣ ਕੀਤੀ ਹੈ। ਹੁਣ ਅਗਲਾ ਦੂਸਰਾ ਅੰਗ ਜੋ ਨੇਮ ਹੈ, ਯਮ ਤੋਂ ਬਾਅਦ ਨੇਮ, ਉਹ ਨੇਮ ਵੀ ਅੱਗੇ 10 ਪ੍ਰਕਾਰ ਦਾ ਹੈ। ਉਹ ਜਗਤ ਗੁਰੂ ਪਾਤਸ਼ਾਹ ਜੀ ਦੱਸ ਰਹੇ ਨੇ, ਰਾਜੇ ਸ਼ਿਵਨਾਭ ਨੂੰ ਉਪਦੇਸ਼ ਦੇ ਰਹੇ ਨੇ ਸਿੰਗਲਾ ਦੀਪ ਦੇ ਟਾਪੂ ਤੇ। ਮਨ ਬਿਰਤੀਆਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਚਰਨਾਂ ਨਾਲ ਜੋੜੀਏ ਔਰ ਗੁਰਦੇਵ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਆਤਮਾ ਨੂੰ ਸਾਖਸ਼ਾਤਕਾਰ ਕਰਨੇ ਵਾਸਤੇ ਬਹੁਤ ਸਾਧਨ ਨੇ, ਅਨੇਕਾਂ ਪ੍ਰਕਾਰ ਦੇ ਪ੍ਰਕਾਰ ਨੇ ਜੋ ਮਹਾਂਪੁਰਸ਼ਾਂ, ਰਿਸ਼ੀਆਂ, ਮੁਨੀਆਂ, ਤਪਸਵੀਆਂ ਨੇ ਦੱਸੇ ਹਨ। ਕਿਸੇ ਵੀ ਤਰੀਕੇ ਆਤਮਾ ਦਾ ਸਾਖਸ਼ਾਤਕਾਰ ਹੋ ਜਾਵੇ, ਕੁਝ ਵੱਧ ਨਹੀਂ ਹੈ ਵੀ ਇਸੇ ਤਰ੍ਹਾਂ ਹੀ ਹੋਵੇਗਾ। ਕਿਸੇ ਵੀ ਪ੍ਰਕਾਰ ਨਾਲ ਆਤਮਾ ਦਾ ਸਾਖਸ਼ਾਤਕਾਰ ਹੋ ਜਾਵੇ, ਉਹਦੇ ਲਈ ਗੁਰਸਿੱਖ ਯਤਨ ਕਰਦੇ ਹਨ। ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੀਏ, ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ 10 ਅਬ ਨੇਮ ਸੁਨੋ ਮਨ ਲਾਏ। ਮਹਾਰਾਜ ਜੀ ਕਹਿੰਦੇ ਹੈ ਰਾਜਨ, ਹੁਣ ਜਿਹੜੇ 10 ਪ੍ਰਕਾਰ ਦੇ ਨੇਮ ਨੇ ਉਹ ਮਨ ਲਾ ਕੇ ਸੁਣੋ ਕਿ ਜਿਹੜੇ 10 ਪ੍ਰਕਾਰ ਦੇ ਨੇਮ ਨੇ ਇਹ ਕਿਹੜੇ ਹਨ। ਪ੍ਰਥਮੇ ਤਪ ਸੋ 3 ਪ੍ਰਕਾਰਾ। ਪਹਿਲਾ ਨੇਮ ਹੈ ਤਪ, ਜਿਹਨੂੰ ਆਪਾਂ ਕਹਿੰਦੇ ਆ ਤਪੱਸਿਆ ਕਰਨੀ, ਤਪ ਕਰਨਾ। ਜਿਹੜਾ ਤਪ ਹੈ ਉਹ ਵੀ ਅੱਗੇ 3 ਪ੍ਰਕਾਰ ਦਾ ਹੈ। ਪਹਿਲਾ ਨੇਮ ਹੈ ਤਪ, ਜਿਹੜਾ ਤਪ ਹੈ ਉਹ ਵੀ ਫਿਰ ਅੱਗੇ ਉਹਦੇ 3 ਪ੍ਰਕਾਰ ਹਨ। ਸੁਣੋ ਜੀ। ਰਜ, ਤਮ, ਬੌਰ, ਸ਼ਾਂਤ ਕੀ ਸਾਰਾ। ਉਹਦੇ ਚ ਪਹਿਲਾ ਹੈ ਰਜੋਗੁਣੀ ਤਪ, ਦੂਸਰਾ ਹੈ ਤਮੋਗੁਣੀ ਤਪ ਔਰ ਤੀਸਰਾ ਹੈ ਸਤੋਗੁਣੀ ਤਪ, ਜਿਹਨੂੰ ਰਾਜਸੀ, ਤਾਮਸੀ ਔਰ ਸ਼ਾਂਤ ਕੀ ਤਪ ਕਹਿੰਦੇ ਹਨ। 3 ਗੁਣ ਨੇ ਨਾ, ਰਜੋਗੁਣ, ਤਮੋਗੁਣ, ਸਤੋਗੁਣ। ਤੇ ਇਸੇ ਤਰ੍ਹਾਂ ਜਿਹੜਾ ਤਪ ਹੈ ਉਹ ਵੀ 3 ਪ੍ਰਕਾਰ ਦਾ ਹੈ। ਤਮੋਗੁਣੀ ਤਪ ਹੈ, ਰਜੋਗੁਣੀ ਤਪ ਹੈ, ਸਤੋਗੁਣੀ ਤਪ ਹੈ। ਛੋਦਾ ਅਗਨ ਜਲ ਸੋ ਤਨ ਤਾਵਾ। ਉਹਦੇ ਵਿੱਚ ਜਿਹੜਾ ਤਮੋਗੁਣੀ ਤਪ ਹੈ ਉਹ ਕਿਹੜਾ ਹੈ? ਜਿਹੜਾ ਤਮੋਗੁਣੀ ਤਾਮਸੀ ਤਪ ਹੈ ਉਹ ਹੈ ਭੁੱਖੇ ਰਹਿਣਾ, ਭੋਜਨ ਨਾ ਛਕਣਾ, ਅੰਨ ਨਾ ਛਕਣਾ, ਜਲ ਦਾ ਵੀ ਤਿਆਗ ਕਰ ਦੇਣਾ ਔਰ ਇਸੇ ਤਰ੍ਹਾਂ ਅਗਨੀ ਦੇ ਵਿੱਚ 12 ਧੂਣੀਆਂ ਤਾ ਕੇ ਚਾਰੇ ਪਾਸੇ ਅੱਗ ਦੇ ਵਿੱਚ ਬਹਿਣਾ ਜੇਠ ਹਾੜ ਦੀ ਗਰਮੀ 'ਚ। ਫਿਰ ਪਾਣੀ ਦੇ ਵਿੱਚ ਗਲੇ ਤੱਕ ਖਲੋ ਕੇ ਜਲ ਧਾਰਾ ਕਰਨੀ। ਏਦਾਂ ਆਪਣੇ ਸਰੀਰ ਨੂੰ ਜਿਹੜਾ ਤਪਾਉਂਦੇ ਆ, ਪੁੱਠੇ ਲਟਕ ਕੇ ਤਪ ਕਰਨਾ, ਇੱਕ ਪੈਰ ਤੇ ਖਲੋ ਕੇ, ਏਦਾਂ ਦੀ ਜਿਹੜੀ ਕਰੜੀ ਤਪੱਸਿਆ ਹੈ ਇਹ ਤਾਮਸੀ ਫਲ ਦਾ ਗਾਵਾ। ਇਹਨੂੰ ਕਹਿੰਦੇ ਨੇ ਤਮੋਗੁਣੀ ਤਪ। ਇਹ ਤਾਮਸੀ ਤਪ ਹੈ। ਏਦਾਂ ਦਾ ਜਿਹੜਾ ਤਪ ਹੁੰਦਾ, ਭੁੱਖੇ ਰਹਿ ਕੇ ਜਾਂ ਜਲ ਧਾਰਾ ਕਰਕੇ, ਧੂਣੀਆਂ ਤਾ ਕੇ, ਪੁੱਠੇ ਲਟਕ ਕੇ, ਇਹ ਜਿਹੜੀ ਕਰੜੀ ਤਪੱਸਿਆ ਜਿਹਦੇ ਨਾਲ ਸਰੀਰ ਨੂੰ ਤਪਾਉਂਦੇ ਆ, ਇਹ ਤਪ ਹੈ ਤਾਮਸੀ ਤਪ। ਤਮੋਗੁਣੀ ਤਪ ਇਸ ਨੂੰ ਕਿਹਾ ਜਾਂਦਾ ਹੈ। ਰਿਧੀ ਗਿਆਨ ਇਸ ਤੇ ਨੇ ਹੋਏ। ਇਹਨੂੰ ਤਮੋਗੁਣੀ ਤਪ ਤਾਂ ਕਹਿੰਦੇ ਨੇ ਵੀ ਇਹਦਾ ਫਲ ਜਿਹੜਾ ਨਾ ਉਹ ਥੋੜਾ ਹੈ। ਕੀ ਫਲ ਹੈ? ਕੱਲੀ ਕੋਈ ਰਿੱਧੀ ਸਿੱਧੀ ਮਿਲ ਜਾਏਗੀ ਪਰ ਆਤਮਾ ਦਾ ਗਿਆਨ ਪ੍ਰਗਟ ਨਹੀਂ ਹੋਵੇਗਾ। ਇਸ ਕਰੜੀ ਤਪੱਸਿਆ ਨਾਲ ਰਿੱਧੀ ਸਿੱਧੀ ਤਾਂ ਕੋਈ ਮਿਲ ਜਾਏਗੀ ਪਰ ਬ੍ਰਹਮ ਗਿਆਨ ਦਾ ਸਵਰੂਪ ਪ੍ਰਾਪਤ ਨਹੀਂ ਹੋਵੇਗਾ। ਜਿਹਨੂੰ ਆਪਾਂ ਕਹਿੰਦੇ ਨਾ ਆਤਮ ਗਿਆਨ,
ਉਹਦੀ ਪ੍ਰਾਪਤੀ ਨਹੀਂ ਹੋਵੇਗੀ। ਦੀਤ ਫਲਨ ਜੇ ਕਰੈ ਕੋਈ, ਹਾਂ, ਜੇ ਕੋਈ ਇਹ ਤਮੋਗੁਣੀ ਤਪ ਕਰਦਾ ਹੈ, ਰੋਕ ਕੁਕਰਮ ਰਖੀਕ ਜੋ ਕਰਨੀ। ਕਹਿੰਦੇ ਉਹਦਾ ਫਲ ਬਸ ਇਤਨਾ ਹੀ ਹੈ ਵੀ ਚਲੋ ਪਾਪ ਕਰਮਾਂ ਤੋਂ ਬਚਿਆ ਹੋਇਆ ਔਰ ਆਪਣੀਆਂ ਇੰਦਰੀਆਂ ਨੂੰ ਰੋਕ ਰਿਹਾ ਹੈ। ਰਾਜਸ ਇਹ ਸੁਕਰਮਨ ਤਰਨੀ। ਹੁਣ ਦੂਸਰਾ ਤਪ ਹੈ ਰਜੋਗੁਣੀ ਤਪ। ਰਜੋਗੁਣੀ ਤਪ ਕੀ ਹੈ? ਇੰਦਰੀਆਂ ਤੇ ਕਾਬੂ ਕਰਨਾ, ਅੱਖਾਂ ਨੂੰ ਬੁਰਾ ਵੇਖਣ ਤੋਂ ਰੋਕਣਾ, ਕੰਨਾਂ ਤੋਂ ਨਿੰਦਾ ਤੋਂ ਬਚਾਉਣਾ। ਗਿਆਨ ਇੰਦਰੀਆਂ ਔਰ ਕਰਮ ਇੰਦਰੀਆਂ, 5 ਗਿਆਨ ਇੰਦਰੀਆਂ ਨੇ, 5 ਹੀ ਕਰਮ ਇੰਦਰੇ ਨੇ, 10 ਨੇ ਟੋਟਲ। ਇਹ ਬਣੇ ਵੀ ਗੁਰੂ ਖਾਲਸਾ ਜੀ ਰਜੋਗੁਣ ਤੋਂ ਹੋਏ ਨੇ। ਜਿਹੜੇ ਸਾਡੇ ਗਿਆਨ ਇੰਦਰੇ ਤੇ ਕਰਮ ਇੰਦਰੇ ਨੇ ਨਾ, ਇਹ 5 ਤੱਤਾਂ ਦੇ ਰਜੋਗੁਣ ਤੋਂ ਬਣੇ ਨੇ। ਤੇ ਜਦੋਂ ਇੰਦਰੀਆਂ ਤੇ ਕਾਬੂ ਕਰੀਏ, ਅਸੀਂ ਇੰਦਰੀਆਂ ਨੂੰ ਰੋਕਣ ਦਾ ਯਤਨ ਕਰੀਏ, ਇਹਨੂੰ ਰਜੋਗੁਣੀ ਤਪ ਕਹਿੰਦੇ ਹਨ। ਦੋਹਰਾ ਬਹੁਰ ਸ਼ਾਂਤ ਕੀ ਤਪ ਇਹ, ਬ੍ਰਿਤ ਟਿਕਾਵਨ ਕੀਨ। ਫਿਰ ਤੀਸਰਾ ਹੈ ਆਪਣੀ ਬਿਰਤੀ ਨੂੰ ਰੋਕਣਾ, ਮਨ ਨੂੰ ਰੋਕਣਾ, ਮਨ ਤੇ ਕਾਬੂ ਪਾਉਣਾ। ਤੇ ਮਨ ਤੇ ਕਾਬੂ ਪਾਉਣ ਵਾਸਤੇ ਯਤਨ ਕਰਕੇ ਮਨ ਨੂੰ ਸਾਧਨਾ ਕਰਕੇ ਇਕਾਗਰ ਕਰਨਾ। ਨੇਮ ਸੰਤੋਖ ਦੂਜੋ ਲਖੋ, ਦੁਐ ਪ੍ਰਕਾਰ ਸੋਚੀਨ। ਇਹਨੂੰ ਕਹਿੰਦੇ ਆ ਸ਼ਾਂਤ ਕੀ ਤਪ, ਸਤੋਗੁਣੀ ਤਪ। 3 ਤਰ੍ਹਾਂ ਦਾ ਤਪ ਹੈ। ਕੱਲਾ ਸਰੀਰ ਨੂੰ ਤਪਾਉਣਾ, ਭੁੱਖੇ ਰੱਖਣਾ, ਜਲ ਧਾਰਾ ਕਰਨੀ, ਧੂਣੀਆਂ ਤਾ ਕੇ, ਹੋ ਗਿਆ ਤਮੋਗੁਣੀ ਤਪ। ਇੰਦਰੀਆਂ ਨੂੰ ਰੋਕਣਾ, ਇੰਦਰੀਆਂ ਤੇ ਕਾਬੂ ਪਾਉਣਾ, ਇਹਨੂੰ ਕਹਿੰਦੇ ਰਜੋਗੁਣੀ ਤਪ। ਮਨ ਨੂੰ ਰੋਕਣ ਦਾ ਯਤਨ ਕਰਨਾ, ਮਨ ਇਕਾਗਰ ਕਰਨਾ, ਇਹਨੂੰ ਸਤੋਗੁਣੀ ਤਪ ਕਹਿੰਦੇ ਨੇ। ਇਹ ਹੈ ਪਹਿਲਾ ਨੇਮ ਤਪ। 10 ਨੇਮ ਨੇ ਨਾ, 10 ਨੇਮਾਂ ਚੋਂ ਪਹਿਲਾ ਨੇਮ ਹੈ ਤਪ, ਜਿਹੜਾ ਅੱਗੇ 3 ਪ੍ਰਕਾਰ ਦਾ ਹੈ, ਜਿਹਦੀ ਵਿਆਖਿਆ ਮਹਾਰਾਜ ਜੀ ਨੇ ਕੀਤੀ ਹੈ। ਦੂਸਰਾ ਨੇਮ ਹੈ ਸੰਤੋਖ। 10 ਨੇਮਾਂ ਚੋਂ ਜਿਹੜਾ ਦੂਸਰਾ ਨੇਮ ਹੈ ਤਪ ਤੋਂ ਬਾਅਦ, ਉਹ ਸੰਤੋਖ ਹੈ। ਤੇ ਜਿਹੜਾ ਸੰਤੋਖ ਹੈ ਉਹ ਵੀ 2 ਪ੍ਰਕਾਰ ਦਾ ਹੈ, ਉਹ ਵੀ ਅੱਗੇ ਸੁਣੋ ਜੀ। ਹਾਂਜੀ। ਚੋਪਈ ਹਾਥ ਪਦਾਰਥ ਆਵਤ ਨਾਈ, ਕਿ ਏਦਾਂ ਹੋਵੇ ਵੀ ਮੇਰੇ ਹੱਥ ਕੋਈ ਪਦਾਰਥ ਨਾ ਲੱਗੇ, ਕਿਸੇ ਪ੍ਰਕਾਰ ਦਾ ਵੀ ਕੋਈ ਪਦਾਰਥ ਹੱਥ ਨਾ ਲੱਗੇ। ਹੋ ਸੰਤੋਖੀ ਅਸਮੁਖ ਪ੍ਰਾਈ, ਤੇ ਮੂੰਹ ਤੋਂ ਕਹੀ ਜਾਈਏ ਜੀ ਮੈਂ ਤਾਂ ਸੰਤੋਖੀ ਹੁੰਨਾ, ਇਹ ਹੱਥ ਪਦਾਰਥ ਲੱਗਾ ਨਹੀਂ, ਤੇ ਮੂੰਹ ਤੋਂ ਕਹੀ ਜਾਵੇ ਜੀ ਮੈਂ ਸੰਤੋਖੀ। ਬਿੱਲੀ ਨੂੰ ਕਿਸੇ ਨੇ ਪੁੱਛਿਆ ਵੀ ਤੂੰ ਹੁਣ ਤਖਤ ਤੇ ਬੈਠੀ ਐ, ਵੀ ਹੁਣ ਤਾਂ ਤੂੰ ਚੂਹੇ ਖਾਣੇ ਛੱਡ ਦਿੱਤੇ ਹੋਣੇ? ਕਹਿੰਦੀ ਹਾਂ ਜੀ ਹੁਣ ਤਾਂ ਮੈਂ ਸੰਤੋਖੀ ਹੋ ਗਈ ਹਾਂ। ਇੰਨੇ ਨੂੰ ਕੁਝ ਸਮੇਂ ਬਾਅਦ ਇੱਕ ਚੂਹਾ ਦੌੜਿਆ ਜਾਵੇ ਤੇ ਛੱਡ ਕੇ ਤਖਤ ਵਿੱਚ ਹੀ ਜਿਉਂ ਦੌੜੀ ਉਹਦੇ ਮਗਰ, ਤੇ ਉਹਨੇ ਪੁੱਛਿਆ ਉਹ ਕਿੱਥੇ, ਤੂੰ ਤਾਂ ਸੰਤੋਖੀ ਐ? ਕਹਿੰਦੀ ਆ ਉਦੋਂ ਤਾਂ ਹੀ ਸੰਤੋਖੀ ਐ ਜਦੋਂ ਤਾਈਂ ਚੂਹਾ ਅੱਖਾਂ ਦੇ ਸਾਹਮਣੇ ਨਹੀਂ ਸੀ ਲੰਘਦਾ, ਹੁਣ ਜਦੋਂ ਲੰਘ ਗਿਆ ਹੁਣ ਕਾਹਦਾ ਸੰਤੋਖ। ਏਦਾਂ ਕਈ ਸੰਤੋਖੀ ਇਹੋ ਜਿਹੇ ਵੀ ਹੁੰਦੇ ਐ, ਜਦੋਂ ਤੱਕ ਕੋਈ ਪਦਾਰਥ ਨਾ ਮਿਲੇ ਤੇ ਉਦੋਂ ਤੱਕ ਮੂੰਹ ਤੋਂ ਕਹਿਣਾ ਜੀ ਮੈਂ ਤਾਂ ਸੰਤੋਖੀ ਹੁੰਨਾ, ਮੈਨੂੰ ਤਾਂ ਸਬਰ ਹੈ। ਇਹ ਵੀ ਇੱਕ ਸੰਤੋਖ ਹੈ ਵੀ ਕੁਝ ਨਾ ਮਿਲੇ, ਜਦੋਂ ਤੱਕ ਨਾ ਮਿਲੇ ਉਦੋਂ ਤੱਕ ਸੰਤੋਖੀ, ਜਦੋਂ ਮਿਲ ਜੇ ਫਿਰ ਉਦੋਂ ਇਹਦੇ ਵਰਗਾ ਕੋਈ ਲੋਭੀ ਕੋਈ ਨਹੀਂ। ਮਹਾਰਾਜ ਜੀ ਕਹਿੰਦੇ ਕਿ ਇਹ ਵੀ ਸੰਤੋਖ ਕਿਹਾ ਜਾਂਦਾ, ਵੀ ਮੂੰਹ ਤੋਂ ਹੀ ਸੰਤੋਖੀ ਕਹਿਣਾ ਆਪਣੇ ਆਪ ਨੂੰ। ਤਿਸ ਤੇਰੇ ਦੇ ਹਰਖ ਨੈ ਹੋਏ, ਉਹਦੇ ਨਾਲ ਹਿਰਦੇ 'ਚ ਕੋਈ ਖੁਸ਼ੀ ਨਹੀਂ ਹੁੰਦੀ। ਨਿਜ ਕੀਰਤ ਕੋ ਚਾਹਤ ਸੋਏ, ਉਹ ਆਪਣੀ ਕੀਰਤੀ ਵਾਸਤੇ ਨਾ ਵੀ ਮੇਰੀ ਸੋਭਾ ਹੋਵੇ ਤੇ ਲੋਕ ਆਖਣ ਵੇਖੋ ਜੀ ਸੰਤੋਖੀ ਹੈ ਜੀ, ਇਹਨੂੰ ਤਾਂ ਸੰਤੋਖ ਆਇਆ ਹੋਇਆ। ਉਹ ਆਪਣੀ ਕੀਰਤੀ ਵਾਸਤੇ ਹੀ ਲੋਕਾਂ ਦੇ ਸਾਹਮਣੇ ਸੰਤੋਖੀ ਹੋਣ ਦਾ ਟਕਵੰਜ ਰਚਦਾ ਹੈ। ਦੂਜੇ ਯਥਾ ਲਾਭ ਸੰਤੋਖ, ਦੂਜਾ ਸੰਤੋਖ ਹੈ ਯਥਾ ਲਾਭ ਸੰਤੋਖ। ਯਥਾ ਲਾਭ ਸੰਤੁਸ਼ਟਾ, ਹਾਂਜੀ। ਤਾਰਤ ਹੈ ਯੋਗੀ ਬਿਨ ਦੁਖ, ਜਿਸ ਨੂੰ ਯੋਗੀਸ਼ਵਰ ਲੋਕ ਜਿਹੜੇ ਰੱਬ ਨਾਲ ਜੁੜੇ ਹੋਏ ਨੇ ਇਹਨੂੰ ਧਾਰਨ ਕਰਦੇ ਆ। ਜੋ ਪਰਾਲਬਧ ਵਿੱਚ ਹੈ, ਜੋ ਮਿਲਣਾ ਉਹਦੇ ਵਿੱਚ ਸੰਤੋਖ ਰੱਖਣਾ, ਜਿੰਨਾ ਮਿਲ ਗਿਆ ਉਹਦੇ 'ਚ ਸਬਰ ਦੀ ਬਿਰਤੀ ਰੱਖਣੀ ਹੈ, ਜਥਾ ਲਾਭ ਸੰਤੋਖ ਹੈ।
ਇਹ ਯੋਗੀ ਲੋਕ ਇਹ ਆਪਣੇ ਹਿਰਦੇ 'ਚ ਧਾਰਨ ਕਰਦੇ ਹਨ। ਬਸਤ ਨ ਪ੍ਰਾਪਤ ਤੋ ਹਰ ਖਾਈ। ਜੇ ਕੋਈ ਵਸਤੂ ਨਾ ਵੀ ਮਿਲੇ ਫਿਰ ਵੀ ਸੰਤੋਖ, ਉਹ ਮਨ 'ਚ ਖੁਸ਼ ਰਹਿੰਦੇ ਆ, ਖੇੜੇ 'ਚ ਰਹਿੰਦੇ, ਦੁਖੀ ਨਹੀਂ ਹੁੰਦੇ ਵੀ ਮੈਨੂੰ ਇਹ ਵਸਤੂ ਨਹੀਂ ਮਿਲੀ। ਹਾਂਜੀ, ਜੇ ਪ੍ਰਾਪਤ ਹੋਵੇ ਤੋ ਸੁਖ ਪਾਈ। ਜੇ ਪ੍ਰਾਪਤ ਹੋ ਜੇ ਤੇ ਤਾਂ ਵੀ ਕਹਿੰਦੇ ਆ ਰੱਬ ਦਾ ਸ਼ੁਕਰ ਹੈ ਮਿਲ ਗਈ ਹੈ, ਨਾ ਮਿਲੇ ਤਾਂ ਵੀ ਖੁਸ਼, ਜੇ ਮਿਲ ਜਾਏ ਤਾਂ ਵੀ ਖੁਸ਼। ਉਹ ਦੋਨਾਂ ਕਾਲਾਂ ਦੇ ਵਿੱਚ ਹਿਰਦੇ 'ਚ ਖੁਸ਼ ਰਹਿੰਦੇ ਆ, ਪ੍ਰਸੰਨ ਰਹਿੰਦੇ ਹਨ। ਦੋਹਰਾ ਵਾਹਿਗੁਰੂ ਕੀ ਰਜਾਏ ਪੈ ਹਰ ਕੇ ਮਨ ਸੁਖ ਪਾਏ। ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਰਜਾ ਵਿੱਚ ਰਾਜੀ ਰਹਿ ਕੇ ਮਨ ਕਰਕੇ ਖੇੜੇ ਵਿੱਚ ਰਹੇ। ਤੀਸਰ ਆਸਤਕ ਬੁੱਧ ਹੈ ਗੁਰ ਬਚ ਦ੍ਰਿੜ ਨਿਸਚਾਏ। ਕਹਿੰਦੇ ਤੀਸਰਾ ਨੇਮ ਹੈ ਆਸਤਕ ਹੋਣਾ, ਜਿਹਦੇ ਪ੍ਰਤੀ ਗੁਰੂ ਪ੍ਰਤੀ ਦ੍ਰਿੜ ਨਿਸ਼ਚਾ ਰੱਖਣਾ, ਇਹ ਤੀਸਰਾ ਨੇਮ ਹੈ। ਦੂਸਰਾ ਸੰਤੋਖ ਦੱਸਿਆ। ਸੰਤੋਖ ਦੋ ਪ੍ਰਕਾਰ ਦਾ, ਇੱਕ ਵਿਖਾਵੇ ਦਾ, ਇੱਕ ਜਥਾ ਲਾਭ ਸੰਤੋਖ ਹੈ। ਜਥਾ ਲਾਭ ਸੰਤੋਖ ਵੀ ਦੋ ਪ੍ਰਕਾਰ ਦਾ ਹੈ। ਮਿਲ ਜੇ ਤਾਂ ਖੁਸ਼ੀ, ਨਾ ਮਿਲੇ ਤਾਂ ਵੀ ਖੁਸ਼। ਆਏ ਦੀ ਖੁਸ਼ੀ ਨਹੀਂ, ਗਏ ਦਾ ਗਮ ਨਹੀਂ, ਇਦਾਂ ਦੀ ਅਵਸਥਾ। ਜਦੋਂ ਗੁਰੂ ਬਾਬਾ ਜੀ ਨੇ ਸਿੱਧਾਂ ਨਾਲ ਗੱਲ ਕੀਤੀ, ਸਿੱਧ ਕਹਿੰਦੇ ਜੀ ਸੰਤੋਖ ਦੀਆਂ ਮੁੰਦਰਾਂ ਤੁਸੀਂ ਕਹਿੰਦੇ ਹੋ ਕੰਨਾਂ 'ਚ ਪਾਈਆਂ ਨੇ, ਤੇ ਸੰਤੋਖ ਇੱਕ ਹੁੰਦਾ ਤੇ ਮੁੰਦਰਾਂ ਦੋ ਹੁੰਦੀਆਂ ਨੇ, ਇੱਕ 'ਚ ਸੰਤੋਖ ਦੀ ਪਾ ਲਓ, ਦੂਜੇ 'ਚ ਸਾਡੀ ਪਾ ਲਓ। ਮਹਾਰਾਜ ਜੀ ਕਹਿੰਦੇ ਸੰਤੋਖ ਵੀ ਦੋ ਪ੍ਰਕਾਰ ਦਾ ਹੈ। ਅਸੀਂ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬਬੂਤ, ਸੰਤੋਖ ਦੀਆਂ ਮੁੰਦਰਾਂ ਪਾਈਆਂ। ਜਥਾ ਲਾਭ ਸੰਤੋਖ ਜਿੰਨਾ ਮਿਲ ਜੇ ਉਹਦੇ 'ਚ ਖੁਸ਼ੀ, ਜੇ ਨਾ ਮਿਲੇ ਤਾਂ ਵੀ ਖੁਸ਼ੀ, ਉਹ ਦੂਜੇ ਕੰਨ 'ਚ ਪਾਈ ਹੋਈ ਹੈ। ਇਹ ਦੋ ਮੁੰਦਰਾਂ ਨੇ ਸੰਤੋਖ ਦੀਆਂ। ਤੋ ਤੀਸਰਾ ਜਿਹੜਾ ਨੇਮ ਹੈ ਉਹਨੂੰ ਕਹਿੰਦੇ ਨੇ ਆਸਤਿਕ। ਆਸਤਿਕ ਕਿਸ ਨੂੰ ਕਹਿੰਦੇ ਨੇ? ਜਿਹੜਾ ਆਪਣੇ ਗੁਰੂ ਦੇ ਉੱਤੇ ਪਰਪੱਕ ਨਿਸ਼ਚਾ ਰੱਖਦਾ, ਉਹ ਆਸਤਿਕ ਹੈ। ਜਿਹਨੂੰ ਗੁਰੂ ਤੇ ਭਰੋਸਾ ਹੈ, ਜਿਹਨੂੰ ਗੁਰੂ ਤੇ ਯਕੀਨ ਹੈ, ਗੁਰੂ ਤੇ ਦ੍ਰਿੜ ਨਿਸ਼ਚਾ ਹੈ, ਔਰ ਇਤਨਾ ਦ੍ਰਿੜ ਕਿ ਹਿਰਦੇ ਵਿੱਚੋਂ ਕਦੇ ਵੀ ਡਾਵਾਂ ਡੋਲਤਾਈ ਦੀ ਬਿਰਤੀ ਨਾ ਆਵੇ, ਕਦੇ ਵੀ ਡਾਵਾਂ ਡੋਲ ਨਾ ਹੋਵੇ। ਡੋਲਣ ਲੱਗੇ ਤੇ ਅਰਦਾਸਾਂ ਕਰੇ, ਮਹਾਰਾਜ ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਬੇਨਤੀਆਂ ਕਰੇ, ਮਹਾਰਾਜ ਕਿਰਪਾ ਕਰੋ, ਡੋਲਣ ਨਾ ਦਿਓ। ਤੋ ਜਿਹਦੇ ਅੰਦਰ ਗੁਰੂ ਪ੍ਰਤੀ ਇਹ ਦ੍ਰਿੜ ਨਿਸ਼ਚਾ, ਉਹਨੂੰ ਆਸਤਕ ਕਹਿੰਦੇ ਹਨ। ਇਹ ਤੀਸਰਾ ਨੇਮ ਹੈ। ਚੌਪਈ ਚੌਥੇ ਦਾਨ ਦੇਨ ਕੋ ਦਾਤਾ। ਚੌਥਾ ਨੇਮ ਹੈ ਦਾਨ ਕਰਨਾ। ਦਾਨ ਇਹ ਚੌਥਾ ਨੇਮ ਹੈ ਵੀ ਦਾਨ ਕਰਨ ਦੇ ਵਿੱਚ ਦਾਤਾ ਬਿਰਤੀ ਰੱਖਦਾ ਹੋਵੇ। ਤਮ ਰਜ ਸਤ ਗੁਣ ਤੈ ਤੈ ਪ੍ਰਾਤਾ। ਹੁਣ ਜਿਹੜਾ ਦਾਨ ਹੈ ਉਹ ਵੀ ਅੱਗੇ ਤਿੰਨ ਪ੍ਰਕਾਰ ਦਾ, ਤਮੋ ਗੁਣੀ ਦਾਨ, ਰਜੋ ਗੁਣੀ ਦਾਨ ਤੇ ਸਤੋ ਗੁਣੀ ਦਾਨ, ਉਹ ਵੀ ਅੱਗੇ ਤਿੰਨ ਪ੍ਰਕਾਰ ਦਾ। ਹਾਂਜੀ, ਕਲੇ ਕ੍ਰੋਧ ਸੋ ਬਿਨ ਸ਼ੁਭ ਕਾਲਾ। ਕਹਿੰਦੇ ਕਲਹਿ ਲੜਾਈ ਝਗੜੇ ਤੋਂ ਬਿਨਾਂ ਖਾਸ ਕੋਈ ਸ਼ੁਭ ਕਾਲ ਹੋਵੇ। ਲੜਾਈ ਤੋਂ ਬਿਨਾਂ, ਝਗੜੇ ਤੋਂ ਬਿਨਾਂ ਖਾਸ ਕੋਈ ਦਿਨ ਨਿਯਤ ਕੀਤਾ ਹੋਵੇ। ਕੋਈ ਕਹਿੰਦਾ ਜੀ ਮੈਂ ਫਲਾਣੇ ਦਿਨ ਦਾਨ ਕਰਦਾ ਹੁੰਨਾ, ਕੋਈ ਕਹਿੰਦਾ ਮੈਂ ਫਲਾਣੇ ਦਿਨ, ਜਿਹਨੇ ਦਿਨ ਮੁਕਰਰ ਕੀਤਾ ਹੁੰਦਾ। ਕੁਝ ਖਾਸ ਸਮੇਂ ਵਿੱਚ ਕੋਈ ਪੁਰਬ ਦਾ ਦਿਨ ਹੋਵੇ, ਕਿਸੇ ਪ੍ਰਕਾਰ ਦਾ ਕਿਸੇ ਕੋਈ ਪੁੰਨਿਆ ਹੋਵੇ, ਮੱਸਿਆ ਹੋਵੇ, ਕਿਸੇ ਵੀ ਤਰ੍ਹਾਂ ਦਾ ਕੋਈ ਦਿਨ ਹੋਵੇ, ਉਸ ਦਿਨ ਨੂੰ ਜਿਹੜਾ ਕਿੱਲਾ ਉਸੇ ਦਿਨ ਖਾਸ ਸਮੇਂ ਵਿੱਚ ਦਾਨ ਕਰਦਾ ਹੈ। ਦੇਤ ਤਾਮਸੀ ਰੀਤ ਬਿਸਾਲਾ। ਤੇ ਜੇ ਕਿਤੇ ਅੱਗੇ ਪਿੱਛੇ ਕੋਈ ਮੰਗਣ ਆ ਜਾਏ ਤੇ ਉਹਦੇ ਨਾਲ ਲੜ ਪਵੇ, ਇਹਨੂੰ ਕਹਿੰਦੇ ਨੇ ਤਮੋ ਗੁਣੀ ਦਾਨ, ਤਾਮਸੀ ਦਾਨ। ਜਿੱਥੇ ਝਗੜਾ ਹੁੰਦਾ ਉਹਨੂੰ ਤਮੋ ਗੁਣੀ ਬਿਰਤੀ ਕਹਿੰਦੇ ਆ। ਹਾਂਜੀ, ਨਿਜ ਜਸ ਹੇਤ ਦੇਤ ਜੋ ਦਾਨਾ। ਦੂਸਰਾ ਦਾਨ ਹੈ ਰਜੋ ਗੁਣੀ ਦਾਨ। ਉਹ ਕਿਹੜਾ? ਵੀ ਆਪਣੀ ਸੋਭਾ ਲਈ ਦਾਨ ਕਰਨਾ, ਵੀ ਇਹ ਜਿਹਨੂੰ ਮੈਂ ਦਾਨ ਕਰਾਂਗਾ ਤੇ ਮੇਰੀ ਵਡਿਆਈ ਕਰੇਗਾ, ਮੇਰੀ ਸੋਭਾ ਹੋਵੇਗੀ, ਮੇਰੇ ਨਾਂ ਦਾ ਪੱਥਰ ਲੱਗੇਗਾ, ਮੇਰੇ ਨਾਂ ਦੇ ਉੱਤੇ ਅਖਬਾਰਾਂ ਦੇ ਵਿੱਚ ਫੋਟੋਆਂ ਛਪਣਗੀਆਂ ਵੀ ਇਹਨੇ ਦਾਨ ਕੀਤਾ। ਉਹ ਜਿਹੜਾ ਦਾਨ ਆਪਣੀ ਸੋਭਾ ਲਈ ਕੀਤਾ ਜਾਂਦਾ, ਆਪਣੇ ਜਸ ਲਈ ਕੀਤਾ ਜਾਂਦਾ ਹੈ। ਅਹੇ ਰਾਜਸੀ ਫਲ ਲਗੂ ਜਾਨਾ। ਉਹਨੂੰ ਰਜੋ ਗੁਣੀ ਦਾਨ ਕਹਿੰਦੇ। ਉਹਦਾ ਫਲ ਬਿਲਕੁਲ ਥੋੜਾ ਮਿਲਦਾ,
ਰਜੋਗੁਣੀ ਦਾਨ ਹੈ, ਔਰ ਉਹਦਾ ਫਲ ਬਿਲਕੁਲ ਤੁੱਛ ਹੈ। ਕਰ ਕੈ ਬਿਨੇ ਦਏ ਨਰ ਦੇਖੀ। ਤੇ ਫਿਰ ਤੀਸਰਾ ਦਾਨ ਹੈ ਸਤੋਗੁਣੀ ਤਪ, ਸਤੋਗੁਣੀ ਦਾਨ। ਕਿਸੇ ਗਰੀਬ ਨੂੰ ਵੇਖਣਾ ਔਰ ਆਪ ਜਾ ਕੇ ਹੱਥ ਜੋੜ ਕੇ ਸਨਿਮਰ ਭਾਵ ਨਾਲ ਉਹਨੂੰ ਬੇਨਤੀ ਕਰਕੇ ਦਾਨ ਕਰਨਾ। ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਸ਼ ਇਹ ਬਚਨ ਕਰਦੇ। ਉਹ ਕਹਿੰਦੇ ਦਾਨ ਦੇਣ ਵਿੱਚ 3 ਪ੍ਰਕਾਰ ਨੇ। ਪਹਿਲਾ, ਦਾਨ ਦੇਣਾ ਤੇ ਜਾ ਕੇ, ਜਿਹਨੇ ਦਾਨ ਲੈਣਾ ਉਹਨੂੰ ਤੁਹਾਡੇ ਕੋਲ ਨਾ ਆਉਣਾ ਪਵੇ, ਦਾਨ ਦਿਓ ਜਾ ਕੇ। ਦੂਜਾ, ਛੁਪਾ ਕੇ। ਤੇ ਤੀਜਾ, ਰਜਾ ਕੇ। ਵੀ ਉਹਨੂੰ ਫਿਰ ਜੇ ਤੁਹਾਡੇ ਕੋਲੋਂ ਦਾਨ ਲੈਣ ਤੋਂ ਬਾਅਦ ਫਿਰ ਕਿਸੇ ਅੱਗੇ ਹੱਥ ਤੱਡਣਾ ਪਵੇ ਤੇ ਫਿਰ ਤਾਂ ਕੋਈ ਫਿਰ ਗੱਲ ਬਣੀ ਨਾ। ਇਹ ਦਾਨ ਦਾ ਪ੍ਰਕਾਰ, ਇਹਨੂੰ ਸਤੋਗੁਣੀ ਦਾਨ ਕਹਿੰਦੇ ਆ। ਮਹਾਰਾਜ ਜੀ ਕਹਿੰਦੇ ਕਿਸੇ ਨੂੰ ਹੱਥ ਜੋੜ ਕੇ ਸਨਿਮਰ ਬੇਨਤੀ ਦੇ ਨਾਲ ਉਹਨੂੰ ਦਾਨ, ਉਹਨੂੰ ਇਹ ਮਹਿਸੂਸ ਨਾ ਹੋਵੇ ਕਿ ਮੈਂ ਇਹਦੇ ਸਾਹਮਣੇ ਹੀਣ ਭਾਵ ਨਾਲ ਇਹਦੇ ਕੋਲੋਂ ਦਾਨ ਲੈ ਰਿਹਾ। ਹਾਂਜੀ, ਏਓ ਸ਼ਾਂਤ ਕੀ ਫਲਤ ਵਿਸ਼ੇਖੀ। ਇਹ ਸਤੋਗੁਣੀ ਦਾਨ ਹੈ ਔਰ ਇਹਦਾ ਹੀ ਫਲ ਸਭ ਤੋਂ ਵੱਧ ਹੈ। ਇਹ ਸ਼ਾਂਤ ਕੀ ਦਾਨ ਹੈ ਔਰ ਇਹਦਾ ਫਲ ਸਭ ਤੋਂ ਵੱਧ ਹੈ, ਅਦਕ ਹੈ। ਦੋਹਰਾ ਵਾਹਿਗੁਰੂ ਕੋ ਜਾਣ ਕੈ ਸਭੇ ਪਦਾਰਥ ਦੇ। ਦਾਨ ਕਰਨ ਵੇਲੇ ਬਿਰਤੀ ਰੱਖੇ ਕਿ ਜਿੰਨੇ ਪਦਾਰਥ ਨੇ ਪਰਮੇਸ਼ਰ ਦੇ ਨੇ, ਵਾਹਿਗੁਰੂ ਦੇ ਨੇ। ਮੈਂ ਇਹਦਾ ਮਾਲਕ ਨਹੀਂ ਆ। ਇਹਨਾਂ ਸਾਰੇ ਪਦਾਰਥਾਂ ਦਾ ਮਾਲਕ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਹੈ। ਤਨਕ ਨ ਆਪਣਾ ਮਾਨਈ ਤਾਏ ਅਖੇ ਫਲ ਲੇ। ਕਹਿੰਦੇ ਕਿਸੇ ਪਦਾਰਥ ਨੂੰ ਤਨਕ ਮਾਤਰ ਵੀ ਆਪਣਾ ਨਾ ਮੰਨੇ। ਕਹਿੰਦੇ ਫਿਰ ਜਦੋਂ ਇਸ ਤਰੀਕੇ ਨਾਲ ਕੋਈ ਦਾਨ ਕਰਦਾ ਨਾ ਵੀ ਸਭ ਪਦਾਰਥ ਪਰਮੇਸ਼ਰ ਦੇ ਨੇ, ਉਹਦੇ ਦਿੱਤੇ ਚੋਂ ਮੈਂ ਦੇ ਰਿਹਾ, ਕਹਿੰਦੇ ਇਹਦਾ ਫਿਰ ਅਬਨਾਸੀ ਫਲ ਪ੍ਰਾਪਤ ਹੁੰਦਾ, ਜਿਹਨੂੰ ਆਪਾਂ ਮੋਕਸ਼ ਕਹਿੰਦੇ ਆ। ਹਾਂਜੀ, ਚੋਪਈ ਦਰਬ ਕਿਦੋਂ ਵਿਦਿਆ ਕੋ ਦਾਨਾ। ਫਿਰ ਇਹਦੇ ਵਿੱਚ ਹੋਰ ਵੀ ਦਾਨ ਹੈ, ਧਨ ਦਾ ਦਾਨ ਜਾਂ ਫਿਰ ਵਿਦਿਆ ਦਾ ਦਾਨ। ਤੁਹਾਨੂੰ ਕੋਈ ਵਿਦਿਆ ਆਉਂਦੀ ਹੈ, ਕੋਈ ਹੁਨਰ ਆਉਂਦਾ, ਉਹ ਕਿਸੇ ਨੂੰ ਸਿਖਾ ਦੇਣਾ। ਹਾਂਜੀ, ਦੇਤ ਸ਼ਾਂਤ ਕੀ ਹੋਏ ਨਿਰਮਾਨਾ। ਤੇ ਨਿਰਮਾਣ ਹੋ ਕੇ ਨਿਮਰਤਾ ਦੇ ਨਾਲ ਦਾਨ ਕਰਨਾ। ਨਿਰਮਾਣ ਹੋ ਕੇ ਨਿਮਰਤਾ ਸਹਿਤ ਦਾਨ ਕਰਨਾ। ਜੇ ਵਿਦਿਆ ਆਉਂਦੀ ਹੈ ਤੇ ਵਿਨਿਮਰਤਾ ਸਹਿਤ ਉਸ ਵਿਦਿਆ ਦਾ ਦਾਨ ਕਰਨਾ। ਜੇ ਧਨ ਹੈ ਤੇ ਧਨ ਨੂੰ ਨਿਰਮਾਣਤਾ ਸਹਿਤ, ਨਿਮਰਤਾ ਸਹਿਤ ਉਹਦਾ ਦਾਨ ਕਰਨਾ। ਇਹ ਸ਼ਾਂਤ ਕੀ ਦਾਨ ਹੀ ਮੰਨਿਆ ਜਾਂਦਾ। ਵਿਦਿਆ ਵੀ ਕਿਸੇ ਨੂੰ ਪੜ੍ਹਾ ਦੇਣੀ। ਅਸੀਂ ਆਪਣੇ ਵਿਦਿਆ ਦਾਤਾ ਜੀ ਪਾਸੋਂ ਪੜ੍ਹਦੇ ਉਦਾਸੀ ਮਹਾਂਪੁਰਸ਼ ਸਨ ਸਵਾਮੀ ਪੰਚਮ ਪ੍ਰਕਾਸ਼ ਜੀ। ਉਹਨਾਂ ਕੋਲ ਜਦੋਂ ਵਿਦਿਆ ਪੜ੍ਹਨ ਜਾਣੀ, ਤਕਰੀਬਨ ਅੰਬਾਲੇ ਤੋਂ 15-20 ਕਿਲੋਮੀਟਰ ਦਾ ਪੰਧ ਹੋਣਾ, ਤੇ ਉਹਨਾਂ ਨੇ ਜਾਂਦਿਆਂ ਸਾਨੂੰ ਕਹਿਣਾ ਤੁਸੀਂ ਮੇਰੇ ਤੇ ਬੜਾ ਉਪਕਾਰ ਕਰਦੇ। ਤੇ ਅਸੀਂ ਕਹਿਣਾ ਮਹਾਰਾਜ ਜੀ ਇਦਾਂ ਕਿਉਂ ਕਹਿੰਦੇ ਹੋ? ਉਹਨਾਂ ਕਹਿਣਾ ਤੁਸੀਂ ਮੇਰੇ ਤੇ ਉਪਕਾਰ ਕਰਦੇ ਹੋ ਵੀ ਸਾਡੇ ਜਿਹੜੇ ਵਿਦਿਆ ਗੁਰੂ ਨੇ, ਜਿਨ੍ਹਾਂ ਨੇ ਸਾਨੂੰ ਵਿਦਿਆ ਪੜ੍ਹਾਈ ਹੈ, ਉਹਨਾਂ ਦਾ ਸਾਡੇ ਸਿਰ ਤੇ ਕਰਜ਼ਾ ਹੈ, ਤੇ ਤੁਸੀਂ ਉਹ ਕਰਜ਼ਾ ਆ ਕੇ ਸਾਡੇ ਕੋਲ ਦੂਰੋਂ ਆ ਕੇ ਆਪਣੇ ਆਪ ਲੈ ਜਾਂਦੇ ਹੋ, ਸਾਡੇ ਸਿਰ ਤੋਂ ਕਰਜ਼ਾ ਲਾਉਂਦੇ ਹੋ, ਫਿਰ ਉਪਕਾਰ ਹੀ ਹੈ ਨਾ ਤੁਹਾਡਾ। ਮਹਾਂਪੁਰਸ਼ ਇਹੋ ਜਿਹੀ ਬਿਰਤੀ ਰੱਖਦੇ ਜਦੋਂ ਵਿਦਿਆ ਪੜਾਉਂਦੇ ਕਿਸੇ ਨੂੰ, ਉਹ ਅਹਿਸਾਨ ਨਹੀਂ ਕਰਦੇ। ਨਿਮਰਤਾ ਸਹਿਤ ਪਹਿਲਾਂ ਅਧਿਕਾਰੀ ਵੇਖ ਲੈਂਦੇ ਆ ਵੀ ਇਹਨੂੰ ਵਿਦਿਆ ਪੜਾਉਣੀ ਹੈ। ਜੇ ਅਧਿਕਾਰੀ ਹੋਵੇ ਫਿਰ ਵਿਦਿਆ ਪੜਾਉਣ ਵੇਲੇ ਉਹਨਾਂ ਅੰਦਰ ਵਿਨਿਮਰਤਾ ਭਾਵ। ਇਦਾਂ ਦੀ ਅਵਸਥਾ ਹੁੰਦੀ ਮਹਾਂਪੁਰਸ਼ਾਂ ਵਿੱਚ। ਬਾਬਾ ਮਿੱਤ ਸਿੰਘ ਜੀ, ਨਿਹੰਗ ਸਿੰਘ ਬੜੇ ਉੱਚ ਕੋਟੀ ਦੇ ਮਹਾਂਪੁਰਸ਼ ਹੋਏ। ਮਾਤਾ ਸਾਹਿਬ ਦੇਵਾ ਜੀ ਦੇ ਅਸਥਾਨ ਦੇ ਉੱਤੇ ਸ੍ਰੀ ਹਜ਼ੂਰ ਸਾਹਿਬ ਉਹਨਾਂ ਨੇ ਬੜੀ ਸੇਵਾ ਕੀਤੀ ਅਸਥਾਨ ਦੀ। ਉਹ ਅਸਥਾਨ ਬਾਬਾ ਜੀ ਹੋਣਾ ਨੇ ਪ੍ਰਗਟ ਕੀਤਾ, ਆਬਾਦ ਕੀਤਾ। ਬਾਬਾ ਮਿੱਤ ਸਿੰਘ ਜੀ ਨੇ ਬੜੇ ਬੜੇ ਮਹਾਂਪੁਰਸ਼ਾਂ ਨੇ ਉਹਨਾਂ ਦੇ ਕੋਲੋਂ ਵਿਦਿਆ ਪੜ੍ਹੀ। ਬਾਬਾ ਮਿੱਤ ਸਿੰਘ ਜੀ ਪਾਸੋਂ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਸੰਤ ਬਾਬਾ ਦਇਆ ਸਿੰਘ ਜੀ, ਸੁਰ ਸਿੰਘ ਵਾਲੇ ਮਹਾਂਪੁਰਸ਼ ਵੀ ਉਹਨਾਂ ਕੋਲੋਂ ਪੜ੍ਹੇ ਸਨ। ਹੋਰ ਬੜੇ ਬੜੇ ਮਹਾਂਪੁਰਸ਼ਾਂ ਨੇ ਉਹਨਾਂ ਦੇ ਕੋਲੋਂ ਵਿਦਿਆ ਗ੍ਰਹਿਣ ਕੀਤੀ। ਇਹੋ ਜਿਹੇ ਮਹਾਂਪੁਰਸ਼ ਸੀ ਕਿ ਜਿਹਨੇ ਸੰਥਿਆ ਕਰਨੀ ਹੁੰਦੀ ਗੁਰਬਾਣੀ ਦੀ,
ਉਹਨੂੰ ਉੱਚੇ ਥਾਂ ਤੇ ਬਿਠਾ ਦਿੰਦੇ ਤੇ ਆਪ ਥੱਲੇ ਕਈ ਵਾਰੀ ਰੇਤ 'ਚ ਹੀ ਬਹਿ ਜਾਣਾ, ਬਾਟੇ ਮਾਂਜੀ ਜਾਣੇ ਤੇ ਉਹਦੇ ਕੋਲੋਂ ਬਾਣੀ ਸੁਣੀ ਜਾਣੀ। ਜਿੱਥੇ ਕਿਤੇ ਲੱਗ ਮਾਤਰ ਜਾਂ ਕਿਤੇ ਉਚਾਰਨ ਵਿੱਚ ਫਰਕ ਹੋਣਾ ਤੇ ਉਹਨੂੰ ਦੱਸ ਦੇਣਾ। ਉਹਨੂੰ ਇਹ ਨਹੀਂ ਸੀ ਕਹਿੰਦੇ ਵੀ ਬਸ ਇੰਨੀ ਕਰ ਲੈ ਸੰਥਿਆ। ਉਹਨੇ ਜਿੰਨੇ ਪੜ੍ਹੀ ਜਾਣੀ ਅੰਗ ਤੇ ਇਹਨਾਂ ਮਹਾਂਪੁਰਸ਼ਾਂ ਨੇ ਸੁਣੀ ਜਾਣੇ ਤੇ ਕਮੀਆਂ ਦੱਸੀ ਜਾਣੀਆਂ। ਇੱਕ ਵਾਰੀ ਇੱਕ ਸਿੰਘ ਆਇਆ, ਕਹਿੰਦਾ ਜੀ ਮੈਂ ਤੁਹਾਨੂੰ ਪਾਠ ਸੁਣਾਉਣਾ ਹੈ। ਬਾਬਾ ਮਿੱਤ ਸਿੰਘ ਜੀ ਨੂੰ ਕਹਿੰਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਪਾਠ ਸੁਣਾਉਣਾ। ਕਹਿੰਦੇ ਮੇਰੇ ਵੱਡੇ ਭਾਗ ਤੂੰ ਮੈਨੂੰ ਬਾਣੀ ਸੁਣਾਏਂਗਾ। ਉਹਨੇ ਸਿੰਘ ਨੇ ਬਾਣੀ ਪੜ੍ਹੀ, ਸਵੇਰੇ ਤੋਂ ਲੈ ਕੇ 5-5 4-4 ਘੰਟੇ ਉਹਨੇ ਬਾਣੀ ਪੜ੍ਹਨੀ, ਮਹਾਂਪੁਰਸ਼ਾਂ ਨੇ ਸੁਣੀ ਜਾਣਾ। 10-15 ਦਿਨਾਂ ਬਾਅਦ ਉਹਨੇ ਭੋਗ ਪਾ ਦਿੱਤਾ, ਹਫ਼ਤੇ 10 ਦਿਨਾਂ 'ਚ, ਤੇ ਕਹਿਣ ਲੱਗਾ ਬਾਬਾ ਜੀ ਤੁਸੀਂ ਮੇਰੀ ਗਲਤੀ ਤਾਂ ਕੱਢੀ ਨਹੀਂ ਕੋਈ। ਕਹਿਣ ਲੱਗੇ ਵੇਖੋ ਮਹਾਂਪੁਰਸ਼ਾਂ ਵਿੱਚ ਨਿਮਰਤਾ। ਕਹਿਣ ਲੱਗੇ ਸਿੰਘਾ ਤੂੰ ਮੈਨੂੰ ਗੁਰੂ ਕੀ ਬਾਣੀ ਸੁਣਾਵੇਂ ਤੇ ਮੈਂ ਤੇਰੀਆਂ ਗਲਤੀਆਂ ਕੱਢਾਂ, ਮੇਰੇ ਵਰਗਾ ਕਿਰਤ ਘਣ ਕਿਹੜਾ ਹੋਵੇਗਾ ਵੀ ਤੂੰ ਮੈਨੂੰ ਗੁਰਬਾਣੀ ਸੁਣਾਵੇਂ ਤੇ ਮੈਂ ਤੇਰੀਆਂ ਗਲਤੀਆਂ ਕੱਢਾਂ। ਉਹ ਕਹਿਣ ਲੱਗਾ ਮਹਾਰਾਜ ਮੈਂ ਤਾਂ ਸੰਥਿਆ ਕਰਨੀ। ਕਹਿੰਦੇ ਜੇ ਤੂੰ ਪਹਿਲਾਂ ਕਹਿੰਦਾ ਵੀ ਮੈਂ ਸੰਥਿਆ ਕਰਨੀ ਆ ਫਿਰ ਤਾਂ ਮੈਂ ਕਹਿੰਦਾ, ਤੂੰ ਕਹਿੰਦਾ ਸੀ ਮੈਂ ਬਾਣੀ ਸੁਣਾਉਣੀ ਆ, ਫਿਰ ਕਿਵੇਂ ਗਲਤੀ ਕੱਢੀਏ ਤੇਰੀ। ਤੂੰ ਮਹਾਂਪੁਰਸ਼ ਵਿਦਿਆ ਵੀ ਪੜਾਉਂਦੇ ਤੇ ਇਹ ਸਤੋਗੁਣੀ ਦਾਨ ਹੈ ਖਾਲਸਾ ਜੀ। ਇਹਦੇ ਵਰਗਾ ਦੁਨੀਆ 'ਚ ਦਾਨ ਕੋਈ ਨਹੀਂ ਕਿਸੇ ਨੂੰ ਵਿਦਿਆ ਪੜਾਉਣ ਵਰਗਾ। ਅੱਜ ਕੱਲ ਸਾਡੇ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਿੰਘ ਗੁਰੂ ਸਾਹਿਬ ਜੀ ਦੀ ਸੇਵਾ ਨਿਭਾਉਂਦੇ। ਜੇ ਉਹਨਾਂ ਨੂੰ ਕਹੋ ਕਿ ਭਾਈ ਅੱਗੇ ਕਿਸੇ ਬੱਚਿਆਂ ਨੂੰ ਸੰਥਿਆ ਕਰਾ ਦਿਆ ਕਰੋ, ਤੁਹਾਡੇ ਮਹੱਲੇ ਦੇ 5-7-10 ਬੱਚਿਆਂ ਨੂੰ, ਕਹਿੰਦੇ ਜੀ ਟਾਈਮ ਨਹੀਂ ਹੁੰਦਾ, ਸ਼ੌਂਕ ਹੀ ਨਹੀਂ ਹੈ ਕਿ ਅੱਗੇ ਉਹਨਾਂ ਨੂੰ ਗੁਰਬਾਣੀ ਪੜ੍ਹਾ ਦਈਏ ਸੰਥਿਆ ਵਿੱਚ। ਨਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਮਨ ਵਿੱਚ ਇਹ ਫੁਰਨਾ ਹੁੰਦਾ ਹੈ। ਇਹ ਬੜਾ ਵੱਡਾ ਦਾਨ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਿਸੇ ਸਿੱਖ ਨੂੰ ਇੱਕ ਸ਼ਬਦ ਸਿਖਾ ਦਿਓ ਤੇ ਇੱਕ ਸ਼ਬਦ ਸਿਖਾਉਣਾ ਉਹਨੇ ਏਡਾ ਵੱਡਾ ਪੁੰਨ ਹੈ ਵੀ 100 ਮੰਦਰ ਸੋਨੇ ਦੇ ਬਣਾ ਕੇ ਦਾਨ ਕਰਨ ਦਾ ਜਿੰਨਾ ਫਲ ਮਿਲਦਾ ਇੰਨਾ ਫਲ ਕਿਸੇ ਗੁਰਸਿੱਖ ਨੂੰ ਵੀ ਸ਼ਬਦ ਸਿਖਾ ਕੇ ਪ੍ਰਾਪਤ ਹੋ ਜਾਂਦਾ। ਉਹਨੂੰ ਸ਼ਬਦ ਪੜ੍ਹਨਾ ਸਿਖਾ ਦਿਓ। ਤੋ ਇਹ ਸਾਂਤਕੀ ਦਾਨ ਹੈ, ਇਹਨੂੰ ਕਹਿੰਦੇ ਕਿਸੇ ਨੂੰ ਵਿਦਿਆ ਪੜਾਉਣੀ ਔਰ ਨਿਰਮਾਣਤਾ ਨਿਮਰਤਾ ਸਹਿਤ। ਹਾਂਜੀ ਤੈਂ ਕੋ ਫਲ ਹੋਏ ਅਮਿਤ ਵਿਸਾਲਾ। ਕਹਿੰਦੇ ਇਹਦਾ ਫਲ ਤਾਂ ਮਿਣਿਆ ਹੀ ਨਹੀਂ ਨਾ ਜਾਂਦਾ ਵੀ ਕਿੰਨਾ ਫਲ ਮਿਲੇਗਾ ਕਿਸੇ ਨੂੰ ਨਿਮਰਤਾ ਸਹਿਤ ਵਿਦਿਆ ਪੜ੍ਹਾ ਦੇਣੀ। ਇਹ ਦਾਨ ਕਰਨਾ, ਵਿਦਿਆ ਦਾ ਦਾਨ ਕਰਨਾ, ਇਹ ਬੜਾ ਵੱਡਾ ਪਰਉਪਕਾਰ ਹੈ। ਵਿਦਿਆ ਦਾ ਦਾਨ ਕਰਨਾ, ਇਹਦਾ ਅਮਿਤ ਫਲ ਜਿਹੜਾ ਮਿਣਿਆ ਨਹੀਂ ਜਾਂਦਾ ਉਹ ਫਲ ਪ੍ਰਾਪਤ ਹੁੰਦਾ ਹੈ। ਵੇਦ ਸੰਤ ਪਾਖਤ ਇਸ ਢਾਲਾ। ਵੇਦ ਮਹਾਂਪੁਰਸ਼ ਮਹਾਤਮਾ ਸੰਤ ਸਭ ਇਸ ਪ੍ਰਕਾਰ ਕਹਿੰਦੇ ਹਨ। ਪੰਚਮ ਪੂਜਾ ਮਨ ਕਰ ਕਰਨੀ। ਪੰਜਵਾਂ ਨੇਮ ਹੈ ਪੂਜਾ ਕਰਨੀ, ਮਨ ਕਰਕੇ ਪੂਜਾ ਕਰਨੀ। ਇਹ ਪੰਜਵਾਂ ਨੇਮ ਹੈ। ਹਿਰਦੇ ਭਾਵਨੀ ਗੁਰ ਮੈਂ ਤਰਨੀ। ਆਪਣੇ ਹਿਰਦੇ 'ਚ ਆਪਣੇ ਗੁਰੂ ਤੇ ਭਾਵਨਾ ਰੱਖਣੀ, ਪੂਰਨ ਭਾਵਨਾ। ਮਨ ਕਰਕੇ ਪੂਜਾ ਕਰਨੀ ਕਿਵੇਂ? ਇਹਨੂੰ ਪੰਜਵਾਂ ਨੇਮ ਕਹਿੰਦੇ ਨੇ ਪੂਜਾ। ਮਨ ਕਰਕੇ ਆਪਣੇ ਗੁਰੂ ਦੇ ਉੱਤੇ ਪੂਰਨ ਭਾਵਨਾ ਰੱਖਣੀ। ਸਫਲੀ ਪੂਜਾ ਹੋਵਤ ਤਾਂ ਕੀ। ਕਹਿੰਦੇ ਉਹਦੀ ਪੂਜਾ ਸਫਲੀ ਤਾਂ ਹੁੰਦੀ ਹੈ ਜੇ ਉਹ ਗੁਰੂ ਦੇ ਉੱਤੇ ਭਾਵਨਾ ਕਰੇ। ਸਦਾ ਭਾਵਨੀ ਸੋ ਮਤ ਜਾਂ ਕੀ। ਜਿਹਦੇ ਮਨ 'ਚ ਹਮੇਸ਼ਾ ਆਪਣੇ ਗੁਰੂ ਪ੍ਰਤੀ ਭਾਵਨਾ ਬਣੀ ਹੋਈ ਹੈ ਔਰ ਭਾਵਨਾ ਨਾਲ ਪੂਜਾ ਕਰਦਾ ਹੈ, ਉਹ ਪੂਜਾ ਗੁਰੂ ਸਾਹਿਬ ਜੀ ਨੂੰ ਪ੍ਰਵਾਨ ਹੁੰਦੀ। ਜੇ ਭਾਵਨਾ ਨਹੀਂ, ਭਾਵਨਾ ਵਹੀਨ ਕੈਸੇ ਪਾਵੈ ਜਗਦੀਸ਼ ਕੋ। ਜੇ ਭਾਵਨਾ ਨਹੀਂ ਤੇ ਫਿਰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਗੁਰੂ ਸਾਹਿਬ ਜੀ ਪ੍ਰਤੀ ਜਦੋਂ ਪੂਜਾ ਕਰਨੀ ਭਾਵਨਾ ਹੋਵੇ ਅਦਕ ਹਿਰਦੇ 'ਚ। ਹਾਂ, ਇਹ ਪੰਜਵਾਂ ਨੇਮ ਦੱਸਿਆ ਪੂਜਾ। ਹਾਂਜੀ। ਦੋਹਰਾ ਛਟਵ ਨੇਮ ਨਿਜ ਗੁਰ ਸ਼ਬਦ ਤਾਂ ਕੇ ਜੇ ਅਨੁਸਾਰ। ਛੇਵਾਂ ਨੇਮ ਹੈ ਗੁਰੂ ਕੇ ਸ਼ਬਦ ਦੇ ਅਨੁਸਾਰ ਚੱਲਣਾ। ਇਹ ਛੇਵਾਂ ਨੇਮ ਹੈ ਜੋ ਆਪਣੇ ਗੁਰੂ ਦਾ ਸ਼ਬਦ ਉਪਦੇਸ਼ ਹੈ, ਗੁਰੂ ਦੇ ਉਪਦੇਸ਼ ਦੇ ਅਨੁਸਾਰੀ ਹੋ ਕੇ ਚੱਲਣਾ। ਤਿਨਈ ਕੋ ਪੜ ਹੈ ਸੁਨੇ ਤਿਨ ਕੋ ਕਰੇ ਵਿਚਾਰ। ਆਪਣੇ ਗੁਰੂ ਦੇ ਸ਼ਬਦ ਨੂੰ ਹੀ ਪੜ੍ਹੇ, ਗੁਰੂ ਦੇ ਸ਼ਬਦ ਨੂੰ ਹੀ ਸੁਣੇ ਤੇ ਗੁਰੂ ਦੇ ਸ਼ਬਦ ਦੀ ਵਿਚਾਰ ਕਰੇ।
ਆਪਣੇ ਗੁਰੂ ਦੇ ਸ਼ਬਦ ਨੂੰ ਪੜ੍ਹੇ, ਗੁਰੂ ਕੇ ਸ਼ਬਦ ਨੂੰ ਹੀ ਸੁਣੇ ਤੇ ਗੁਰੂ ਕੇ ਸ਼ਬਦ ਦੀ ਹੀ ਵਿਚਾਰ ਕਰੇ। ਚੌਪਈ ਗੁਰੂ ਸਿਧਾਂਤ ਬਿਨਾ ਜੋ ਆਨਾ। ਆਪਣੇ ਗੁਰੂ ਦੇ ਸਿਧਾਂਤ ਤੋਂ ਬਿਨਾ ਬਾਕੀ ਹੋਰ ਜੋ ਕੁਝ ਹੈ, ਤਿਨ ਕੇ ਬਚਨ ਸੁਨੇ ਨੇ ਕਾਨਾ। ਕਹਿੰਦੇ ਉਹਨਾਂ ਦੇ ਬਚਨਾਂ ਨੂੰ ਕੰਨੀ ਵੀ ਨਾ ਸੁਣੇ। ਆਪਣੇ ਗੁਰੂ ਸ਼ਬਦ ਦੇ ਸਿਧਾਂਤ ਤੋਂ ਬਿਨਾ ਹੋਰ ਅਨਮਤਾਂ ਦੇ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਤਰਜੀਹ ਨਾ ਦੇਵੇ। ਆਪਣੇ ਗੁਰੂ ਦੇ ਸਿਧਾਂਤ ਨੂੰ ਸਰਬ ਸ਼੍ਰੋਮਣੀ ਕਹੇ। ਸਰਬ ਸ਼੍ਰੋਮਣੀ, ਇਹ ਸਾਡੇ ਸਾਹਿਬ ਦਾ ਸਿਧਾਂਤ ਸਰਬ ਸ਼੍ਰੋਮਣੀ ਹੈ। ਏਦਾਂ ਇਹ ਖਾਲਸਾ ਜੀ 6ਵਾਂ ਨੇਮ ਹੈ। ਸਪਤਮ ਪੜੇ ਸੁਨੇ ਜੇ ਰੀਤੀ। 7ਵਾਂ ਹੈ ਪਖੰਡ ਤੋਂ ਰਹਿਤ ਹੋਣਾ, ਕਿ ਜਿਵੇਂ ਪੜਿਆ ਜਿਵੇਂ ਸੁਣਿਆ, ਹਾਂਜੀ, ਵਰਤੇ ਤੈ ਅਨੁਸਾਰ ਸੁਪ੍ਰੀਤੀ। ਉਹਦੇ ਅਨੁਸਾਰ ਚੱਲੇ ਵੀ, ਜਿਵੇਂ ਗੁਰਬਾਣੀ ਨੂੰ ਪੜਿਆ ਸੁਣਿਆ ਵਿਚਾਰਿਆ ਫਿਰ ਉਹਦੇ ਅਨੁਸਾਰ ਚੱਲੇ, ਹਾਂਜੀ। ਬਿਨਾ ਦੰਭ ਗੁਰ ਸ਼ਬਦ ਕਮਾਵਨ। ਪਖੰਡ ਤੋਂ ਬਿਨਾ ਗੁਰੂ ਦੇ ਸ਼ਬਦ ਦੀ ਕਮਾਈ ਕਰੇ। ਯਾਨੀ ਕਿ ਇਹ ਨਹੀਂ ਵੀ ਮੈਂ ਪੜ੍ਹੀ ਕੁਝ ਜਾਵਾਂ, ਸੁਣੀ ਕੁਝ ਜਾਵਾਂ ਤੇ ਕਰੀ ਕੁਝ ਜਾਵਾਂ। ਮਹਾਰਾਜ ਜੀ ਕਹਿੰਦੇ 7ਵਾਂ ਨੇਮ ਇਹ ਹੈ, ਜੋ ਪੜ੍ਹ ਰਹੇ ਹੋ, ਜੋ ਸੁਣ ਰਹੇ ਹੋ, ਕਰੋ ਵੀ ਉਹੀ, ਕਮਾਓ ਵੀ ਉਹੀ। ਸਾਡੇ ਪੜ੍ਹਨ ਵਿੱਚ ਕੁਝ ਹੋਰ ਹੈ, ਕਹਿਣ ਵਿੱਚ ਕੁਝ ਹੋਰ ਹੈ ਤੇ ਕਰਨ ਵਿੱਚ ਕੁਝ ਹੋਰ ਹੈ। ਮਹਾਰਾਜ ਜੀ ਕਹਿੰਦੇ ਐਸਾ ਨਹੀਂ ਹੋਣਾ ਚਾਹੀਦਾ। ਰਾਜਨ, ਦੰਭ ਤੋਂ ਬਿਨਾ, ਪਖੰਡ ਤੋਂ ਬਿਨਾ ਜੋ ਕਹਿ ਰਹੇ ਹੋ, ਜੋ ਸੁਣ ਰਹੇ ਹੋ, ਜੋ ਪੜ੍ਹ ਰਹੇ ਹੋ, ਉਹਦੀ ਕਮਾਈ ਕਰੋ। ਕਰੇ ਸਦਾ ਹੋਏ ਤਨ ਮਨ ਪਾਵਨ। ਜਦੋਂ ਗੁਰੂ ਦੇ ਸ਼ਬਦ ਨੂੰ ਕਮਾਓਗੇ ਤਾਂ ਮਹਾਰਾਜ ਜੀ ਕਹਿੰਦੇ ਤੁਹਾਡਾ ਤਨ ਤੇ ਮਨ ਦੋਵੇਂ ਹੀ ਪਾਵਨ ਤੇ ਪਵਿੱਤਰ ਹੋ ਜਾਣਗੇ। ਅਸ਼ਟਮ ਬ੍ਰਿਤੀ ਸ਼ਾਂਤ ਕੀ ਰਾਖੇ। 8ਵਾਂ ਨੇਮ ਹੈ ਸ਼ਾਂਤ ਕੀ ਬਿਰਤੀ, ਕਿ ਆਪਣੀ ਬਿਰਤੀ ਨੂੰ ਸ਼ਾਂਤ ਕੀ ਰੱਖੇ, ਯਾਨੀ ਕਿ ਸਤੋਗੁਣੀ ਬਿਰਤੀ ਰੱਖੇ। ਨਿਵ ਚੱਲਣਾ ਮਧੁਰੀ ਮੁਖ ਭਾਖੇ। ਨਿਮ ਕੇ ਚੱਲਣਾ ਤੇ ਮੁਖ ਤੋਂ ਮਿੱਠਾ ਬੋਲਣਾ, ਇਹਨੂੰ ਸ਼ਾਂਤ ਕੀ ਬਿਰਤੀ ਕਹਿੰਦੇ ਆ। ਇਹ 8ਵਾਂ ਨੇਮ ਹੈ ਕਿ ਮੁਖ ਤੋਂ ਮਿੱਠਾ ਬੋਲਣਾ ਔਰ ਨਿਮ ਕੇ ਚੱਲਣਾ, ਯਾਨੀ ਕਿ ਸੁਰਤੀ 'ਚ ਟਿਕਾ ਰੱਖਣਾ, ਸ਼ਾਂਤੀ ਰੱਖਣੀ, ਹਾਂਜੀ। ਨਵਮੋ ਨੇਮ ਪਾਠ ਜੋ ਕਰਨਾ। 9ਵਾਂ ਨੇਮ ਹੈ ਪਾਠ ਕਰਨਾ। ਜਿਵੇਂ ਆਪਾਂ ਰੋਜ਼ਾਨਾ ਨਿਤਨੇਮ ਕਰਦੇ ਆ, ਇਹ ਨੇਮ ਹੈ ਨਾ, ਤਾਂ ਹੀ ਆਪਾਂ ਕਹਿੰਦੇ ਨਿਤਨੇਮ। 10 ਨੇਮਾਂ ਚੋਂ ਇੱਕ ਨੇਮ ਇਹ ਵੀ ਆ, ਰੋਜ਼ ਪਾਠ ਕਰਨਾ। ਸਵੇਰੇ ਨਿਤਨੇਮ ਕਰਨਾ, ਸੰਧਿਆ ਵੇਲੇ ਨਿਤਨੇਮ ਕਰਨਾ, ਪੈਣ ਵੇਲੇ ਸੋਹਿਲਾ ਸਾਹਿਬ ਦਾ ਪਾਠ ਕਰਨਾ। ਜਿਹੜਾ ਨੇਮ ਨਾਲ ਹੋਵੇ ਰੋਜ਼ਾਨਾ, ਉਹਨੂੰ ਨੇਮ ਕਹਿੰਦੇ ਆ, ਨਿਤਨੇਮ। ਜੇ ਨਿਤ ਨਹੀਂ ਹੁੰਦਾ ਤੇ ਫਿਰ ਉਹ ਨਿਤਨੇਮ ਨਹੀਂ ਹੈ। ਕਦੇ ਕਦੇ ਹੋਵੇ, ਉਹ ਨਿਤਨੇਮ ਨਹੀਂ ਹੁੰਦਾ। ਨਿਤਨੇਮ ਜਿਹੜਾ ਨੇਤੀ ਹੋਵੇ, ਰੋਜ਼ ਹੀ ਹੋਵੇ। ਕਿਵੇਂ ਹੋ ਜਾਏ? ਮਹਾਂਪੁਰਸ਼ ਦੱਸਦੇ ਆ ਵੀ ਨਿਤਨੇਮ ਕਿਵੇਂ ਹੋਣਾ ਚਾਹੀਦਾ। ਜਿਵੇਂ ਸਾਡਾ ਸਾਹ ਲੈਣਾ ਆਪਣੇ ਆਪ ਹੀ ਹੋ ਜਾਂਦਾ, ਸਾਨੂੰ ਲੈਣਾ ਤਾਂ ਨਹੀਂ ਪੈਂਦਾ। ਪ੍ਰਸ਼ਾਦਾ ਛਕਣਾ ਸੁੱਤੇ ਸਿੱਧੀ ਹੋ ਜਾਂਦਾ। ਅੱਖਾਂ ਦਾ ਫਰਕਣਾ ਸੁੱਤੇ ਸਿੱਧੀ ਹੋ ਰਿਹਾ, ਅਸੀਂ ਆਪ ਤਾਂ ਨਹੀਂ ਫਰਕਾਉਂਦੇ, ਸੁੱਤੇ ਸਿੱਧੀ ਫਰਕ ਰਹੀਆਂ ਨੇ। ਜਿਵੇਂ ਸਾਡੇ ਸਰੀਰ ਦੀਆਂ ਬਾਕੀ ਕਿਰਿਆਵਾਂ ਸੁੱਤੇ ਸਿੱਧੀ ਹੋ ਰਹੀਆਂ ਨੇ, ਨਿਤਨੇਮ ਵੀ ਇਸੇ ਤਰ੍ਹਾਂ ਸੁੱਤੇ ਸਿੱਧੀ ਹੋ ਜਾਵੇ, ਉਹਨੂੰ ਕਹਿੰਦੇ ਆ ਨਿਤਨੇਮ। ਰੋਜ਼ ਮਹਾਰਾਜ ਜੀ ਕਹਿੰਦੇ 9ਵਾਂ ਨੇਮ ਹੈ ਪਾਠ ਕਰਨਾ, ਹਾਂਜੀ। ਤੈ ਮੈਂ ਅਪਰ ਨ ਬਚਨੇ ਉਚਰਨਾ। ਹਾਂ, ਇੱਕ ਗੱਲ ਇਹ ਵੀ ਧਿਆਨ ਨਾਲ ਸੁਣਨ ਵਾਲੀ ਹੈ ਵੀ ਜਦੋਂ ਪਾਠ ਕਰਨਾ ਹੈ, ਪਾਠ ਕਰਨ ਵੇਲੇ ਗੱਲਾਂ ਨਹੀਂ ਕਰਨੀਆਂ। ਉਧਰ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਹੁੰਦਾ ਤੇ ਆਵਾਜ਼ ਮਾਰ ਕੇ ਕਹਿੰਦਾ, ਚਾਹ ਦੇ ਵਿੱਚ ਮਿੱਠਾ ਘੱਟ ਪਾਈ ਕੁੜੀਏ, ਤੇ ਥੋੜਾ ਜਿਹਾ ਫੈਂਟਾ ਮਾਰ ਕੇ ਲੈ ਆਵੀਂ, ਛੇਤੀ ਪੀ ਲਵਾਂ। ਨਾਲ ਉਧਰੋਂ ਸਭਨਾ ਜੀਆਂ ਕਾ ਇੱਕ ਦਾਤਾ ਕਹਿ ਰਿਹਾ ਹੁੰਦਾ ਵੀ ਨਾਲ ਨਿਤਨੇਮ ਕਰਨਾ, ਬਾਣੀ ਪੜ੍ਹਨੀ ਜਾਣੀ, ਨਾਲੇ ਗੱਲਾਂ ਕਰੀ ਜਾਣੀ। ਇਹ ਨਹੀਂ ਹੋਣਾ ਚਾਹੀਦਾ। ਹੁਣ ਤਾਂ ਹੋਰ ਬੜਾ, ਅੱਗੇ ਤਾਂ ਕੋਲ ਹੁੰਦਾ ਸੀ ਕੋਈ ਬੰਦਾ, ਉਹਦੇ ਨਾਲ ਗੱਲਾਂ ਕਰ ਲੈਂਦੇ ਸੀ ਵੀ ਚਲੋ ਬਾਣੀ ਪੜ੍ਹਦਿਆਂ।
ਹੁਣ ਤਾਂ ਫੋਨ ਰੱਖਿਆ ਹੁੰਦਾ, ਹੁਣ 1000 ਕਿਲੋਮੀਟਰ ਤੇ ਬੈਠਾ ਕੋਈ ਬੰਦਾ ਫੋਨ ਕਰੇ, ਵਿੱਚੇ ਪਾਠ ਛੱਡ ਕੇ ਉਹਦੇ ਨਾਲ ਗੱਲਾਂ ਕਰਨ ਲੱਗ ਪੈਂਦਾ। ਜਦੋਂ ਨਿਤਨੇਮ ਹਾਂ ਪੂਰੀ ਵਾਹ ਲੱਗਦੇ ਆ, ਬਹੁਤ ਜ਼ਿਆਦਾ ਕੋਈ ਮਜਬੂਰੀ ਹੋ ਜੇ ਵੀ ਪਤਾ ਵੀ ਹੁਣ ਗੱਲ ਕੀਤੇ ਬਿਨਾਂ ਨਹੀਂ ਸਰਨਾ ਤੇ ਬਚਨ ਕਰ ਲਵੇ, ਨਹੀਂ ਤਾਂ ਨਿਤਨੇਮ ਕਰਦਿਆਂ ਗੱਲਾਂ ਨਹੀਂ ਕਰਨੀਆਂ। ਇਹ ਨੇਮ ਬਣਾਉਣਾ ਹੈ। ਜਦੋਂ ਨਿਤਨੇਮ ਸੰਪੂਰਨ ਹੋ ਜਾਏ ਫਿਰ ਪਿਆ ਸਾਰਾ ਦਿਨ ਗੱਲਾਂ ਕਰਨ ਨੂੰ ਕਰ ਲਓ। ਨਿਤਨੇਮ ਕਰਦਿਆਂ ਬਾਣੀ ਪੜ੍ਹਦਿਆਂ ਗੱਲਾਂ ਨਾ ਕਰੀਏ। ਇਹ ਮਹਾਰਾਜ ਜੀ ਕਹਿੰਦੇ ਨੇਮ ਹੈ, ਇਹ 9ਵਾਂ ਨੇਮ ਹੈ ਪਾਠ ਕਰਨ ਦਾ। ਹਾਂਜੀ। 10ਵੇਂ ਹੋਮ ਅਗਨ ਜੋ ਕਰਈ। ਇੱਕ 10ਵਾਂ ਨੇਮ ਹੈ, ਉਹਨੂੰ ਕਹਿੰਦੇ ਨੇ ਹੋਮ ਕਰਨਾ। ਉਹ ਕੀ ਹੁੰਦਾ ਜੀ? ਸੁਣੋ। ਸੁਰ ਪ੍ਰਸੰਨ ਇਤ ਮਨਸਾ ਧਰਈ। ਉਹ ਇਹ ਹੁੰਦਾ ਵੀ ਮੈਂ ਦੇਵਤੇ ਪ੍ਰਸੰਨ ਕਰਨੇ, ਵੀ ਦੇਵਤਿਆਂ ਨੂੰ ਪ੍ਰਸੰਨ ਕਰਨ ਵਾਸਤੇ ਲੋਕ ਹਵਨ ਕਰਦੇ ਸੀ, ਹੋਮ ਕਰਦੇ ਸੀ। ਅਗਨ ਦਾ ਕੁੰਡ ਬਾਲਣਾ, ਉਹਦੇ ਵਿੱਚ ਅਗਨੀ ਪ੍ਰਚੰਡ ਕਰਕੇ ਉਹਦੇ 'ਚ ਆਹੂਤੀ ਪਾਉਣੀ, ਦੇਸੀ ਘਿਓ ਪਾਉਣਾ, ਤੇ ਅਗਨੀ ਨੂੰ ਇਹ ਸਮਝਦੇ ਵੀ ਇਹ ਦੇਵਤਿਆਂ ਦਾ ਮੂੰਹ ਹੈ ਤੇ ਇਹਦੇ 'ਚ ਜੋ ਅਸੀਂ ਪਾ ਰਹੇ ਹਾਂ ਦੇਵਤਿਆਂ ਤੱਕ ਪਹੁੰਚਦਾ। ਏਦਾਂ ਦੇਵਤੇ ਪ੍ਰਸੰਨ ਹੁੰਦੇ। ਇਹ ਹੋਮ ਕੀਤਾ ਜਾਂਦਾ ਸੀ, ਇਹਨੂੰ 10ਵਾਂ ਨੇਮ ਕਹਿੰਦੇ ਸਨ। ਸਿੱਖ ਚੁਦਾ ਤੁਰ ਕੇ ਮੁਖ ਪਾਵਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਸਿੱਖ ਨੇ ਤੇ ਨਹੀਂ ਨਾ ਹਵਨ ਕਰਨਾ, ਤੇ ਸਿੱਖ ਵਾਸਤੇ ਦੇਵਤੇ ਕਿਵੇਂ ਪ੍ਰਸੰਨ ਹੋਣਗੇ? ਸਿੱਖ ਤੇ ਕਹਿੰਦੇ ਸਿੱਖ ਲਈ ਹਵਨ ਇਹ ਹੈ ਕਿ ਕਿਸੇ ਭੁੱਖੇ ਗੁਰਸਿੱਖ ਨੂੰ ਵੇਖੇ, ਛੋਦਾ ਤੁਰ। ਛੋਦਾ ਤੁਰ ਕਹਿੰਦੇ ਕੋਈ ਭੁੱਖਾ ਗੁਰਸਿੱਖ ਮਿਲ ਜਾਏ। ਹਾਂਜੀ। ਬ੍ਰਹਮ ਹੋਮ ਏ ਭਲੋ ਸੁਹਾਵਨ। ਉਹਨੂੰ ਭੋਜਨ ਛਕਾ ਦੇਵੇ ਤਾਂ ਕਹਿੰਦੇ ਗੁਰਸਿੱਖ ਲਈ ਇਹੀ ਸਭ ਤੋਂ ਵੱਡਾ ਹੋਮ ਹੈ, ਹਵਨ ਹੈ। ਜਦੋਂ ਗੁਰਸਿੱਖ ਮੁਖ ਵਿੱਚ ਭੋਜਨ ਪਾਉਂਦਾ ਨਾ ਤਾਂ 33 ਕਰੋੜ ਦੇਵਤੇ ਉਹਦੇ ਸਰੀਰ 'ਚ ਖਿੜ ਜਾਂਦੇ ਐ। ਉਹ ਤਾਂ ਖਿੜਦੇ ਹੀ ਐ, ਜਿਹੜਾ ਬ੍ਰਹਮ ਚੇਤਨ ਉਹਦੇ ਵਿੱਚ ਵਿਆਪਕ ਹੁੰਦਾ ਉਹ ਵੀ ਖਿੜ ਜਾਂਦਾ। ਇਸ ਕਰਕੇ ਇਹਨੂੰ ਬ੍ਰਹਮ ਹੋਮ ਕਹਿੰਦੇ ਆ, ਕਿਸੇ ਗੁਰਸਿੱਖ ਨੂੰ ਭੋਜਨ ਛਕਾ ਦੇਣਾ। ਹਾਂਜੀ। ਵਾਹਿਗੁਰੂ ਕੋ ਕਰੇ ਉਚਾਰਾ। ਕਿਉਂਕਿ ਉਹ ਗੁਰਸਿੱਖ ਜਦੋਂ ਭੋਜਨ ਛਕਦਾ, ਕਿਵੇਂ ਛਕਦਾ ਭਲਾ? ਉਹਦੇ ਅੱਗੇ ਥਾਲ ਰੱਖੋ, ਉਹ ਥਾਲ ਤੇ ਪਹਿਲਾਂ ਵੇਖ ਕੇ ਸ਼ਬਦ ਪੜ੍ਹਦਾ, ਫਿਰ ਵਾਹਿਗੁਰੂ ਕਹਿ ਕੇ ਬੁਰਕੀ ਤੋੜਦਾ ਤੇ ਆਪਣੇ ਮੁਖ ਵਿੱਚ ਪਾਉਂਦਾ। ਤਾਂ ਪਾਛੇ ਮੁਖ ਪਾਏ ਆਹਾਰਾ। ਪਹਿਲਾਂ ਵਾਹਿਗੁਰੂ ਉਚਾਰਦਾ, ਫਿਰ ਉਹ ਭੋਜਨ ਦੀ ਗ੍ਰਾਹੀ ਤੋੜ ਕੇ ਮੁਖ ਵਿੱਚ ਪਾਉਂਦਾ। ਬਦਨ ਦੇਵਤਾ ਪਾਵਕ ਕਈਏ। ਉਹ ਗੁਰਸਿੱਖ ਦਾ ਜਿਹੜਾ ਮੂੰਹ ਹੈ ਉਹ ਅਗਨੀ ਸਮਝ ਲਓ, ਉਹ ਅਗਨ ਦੇਵ ਹੈ। ਸਰਬ ਸੁਰਨ ਕੀ ਜਿਹਵਾ ਲਈਏ। ਜਿਹੜੀ ਉਹਦੀ ਰਸਨਾ ਉਹ ਮੰਨ ਲਓ ਸਾਰੇ ਦੇਵਤੇ ਨੇ ਉਹਦੀ ਰਸਨਾ ਦੇ ਉੱਤੇ। ਬ੍ਰਹਮ ਪ੍ਰਸੰਨ ਸੰਗ ਸੁਰ ਸਾਰੇ। ਹਿਰਦੇ 'ਚ ਬ੍ਰਹਮ ਹੈ, ਕਹਿੰਦੇ ਬ੍ਰਹਮ ਦੇ ਸਮੇਤ ਸਾਰੇ ਦੇਵਤੇ ਉਹਦੇ ਅੰਦਰ ਪ੍ਰਸੰਨ ਹੋ ਗਏ ਜਦੋਂ ਉਹਨੇ ਭੋਜਨ ਛਕਿਆ। ਤ੍ਰਿਪਤ ਹੋਤੇ ਅਰ ਨਾਮੀ ਉਚਾਰੇ। ਜਦੋਂ ਆਪਣੇ ਮੁਖੋਂ ਹਰੀ ਨਾਮ ਉਚਾਰਦਾ, ਕਹਿੰਦਾ ਨਾ ਵਾਹਿਗੁਰੂ ਵਾਹਿਗੁਰੂ ਕਹਿ ਕੇ ਭੋਜਨ ਛਕਦਾ, ਤੇ ਭੋਜਨ ਛਕਣ ਤੋਂ ਬਾਅਦ ਵੀ ਵਾਹਿਗੁਰੂ ਉਚਾਰਦਾ, ਤਾਂ ਕਹਿੰਦੇ ਹਰੀ ਨਾਮ ਉਚਾਰਦਿਆਂ ਸਾਰੇ ਹੀ ਤ੍ਰਿਪਤ ਹੋ ਜਾਂਦੇ ਨੇ ਦੇਵਤੇ, ਸਾਰੇ ਹੀ ਪ੍ਰਸੰਨ ਹੋ ਜਾਂਦੇ ਨੇ, ਖੇੜੇ ਵਿੱਚ ਆ ਜਾਂਦੇ ਹਨ। ਦੋਹਰਾ ਤ੍ਰਿਤੀ ਹੋਮ ਹੈ ਗਿਆਨ ਕਾ, ਰਸ ਰਖੀਕ ਕੇ ਦਰਬ। ਤੀਸਰਾ ਹੋਮ ਹੈ, 3 ਹੋਮ ਦੱਸੇ ਨੇ ਨਾ, ਇੱਕ ਤਾਂ ਦੱਸਿਆ ਉੱਪਰ ਵੀ ਹਵਨ ਕੁੰਡ ਬਾਲ ਕੇ ਉਹਦੇ 'ਚ ਆਹੂਤੀ ਦੇਣੀ, ਦੂਜਾ ਗੁਰਸਿੱਖਾਂ ਨੂੰ ਭੋਜਨ ਛਕਾਉਣਾ, ਤੀਜਾ ਇਹ ਵੀ ਹੋਮ ਦੱਸਿਆ ਕਿ ਆਪਣੀਆਂ ਇੰਦਰੀਆਂ ਨੂੰ ਰਸਾਂ ਤੋਂ ਰੋਕ ਕੇ, ਇੰਦਰੀਆਂ ਨੂੰ ਰਸਾਂ ਤੋਂ ਰੋਕ ਲੈਣਾ। ਗਿਆਨ ਅਗਨ ਮੈਂ ਹੋਮਈ ਤਨ ਹੰਤਾਦਿਕ ਸਰਬ। ਬ੍ਰਹਮ ਗਿਆਨ ਦੀ ਅੱਗ ਦੇ ਵਿੱਚ ਆਪਣੇ ਸਰੀਰ ਦੀ ਹੰਗਤਾ ਨੂੰ ਸਾੜ ਦੇਣਾ, ਸੁਆਹ ਕਰ ਦੇਣਾ। ਬ੍ਰਹਮ ਗਿਆਨ ਦੀ ਅਗਨੀ ਵਿੱਚ, ਜਿਵੇਂ ਮਹਾਰਾਜ ਕਹਿੰਦੇ ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ। ਕਿਹੜੀ ਅੱਗ 'ਚ ਸਾੜਨੀ ਹੈ? ਲੋਕਾਂ ਦੀਆਂ ਚਤਰਾਈਆਂ ਉਪਮਾ ਵਡਿਆਈਆਂ ਕਿਹੜੀ ਅੱਗ 'ਚ ਸਾੜਦੀਆਂ? ਮਹਾਰਾਜ ਕਹਿੰਦੇ ਬਸੰਤਰ ਅੱਗ 'ਚ ਸਾੜ ਇਹਨਾਂ ਨੂੰ। ਉਹ ਕਿਹੜੀ ਅੱਗ ਹੈ? ਉਹ ਹੈ ਬ੍ਰਹਮ ਗਿਆਨ ਦੀ ਅਗਨੀ। ਬ੍ਰਹਮ ਗਿਆਨ ਦੀ ਅਗਨੀ ਦੇ ਵਿੱਚ ਆਪਣੇ ਤਨ ਦੀ ਹੰਗਤਾ ਨੂੰ ਸਾੜ ਦੇਣਾ, ਜਲਾ ਕੇ ਸੁਆਹ ਕਰ ਦੇਣਾ, ਇਹ ਵੀ ਹੋਮ ਹੈ।
ਹਾਂਜੀ, 10ਵਾਂ ਨੇਮ ਇਹਨੂੰ ਕਹਿੰਦੇ ਆ। ਹਾਂਜੀ, ਚੌਪਈ 10 ਪ੍ਰਕਾਰ ਇਹ ਨੇਮ ਗਿਨਾਵਾ। ਇਹ ਹੈ 10 ਪ੍ਰਕਾਰ ਦਾ ਨੇਮ। ਹਾਂਜੀ, ਕਸ਼ਟ ਯੋਗ ਦੁਤੀ ਅੰਗ ਸੁਹਾਵਾ। ਇਹ ਕਸ਼ਟ ਯੋਗ ਦਾ ਦੂਸਰਾ ਅੰਗ ਜਿਹੜਾ ਯਮ ਦੱਸਿਆ 10 ਪ੍ਰਕਾਰ ਦਾ, ਹੁਣ 10 ਹੀ ਪ੍ਰਕਾਰ ਦਾ ਨੇਮ ਦੱਸ ਕੇ ਮਹਾਰਾਜ ਜੀ ਨੇ ਸਮਾਪਤ ਕੀਤਾ ਹੈ। ਅੰਗ ਤੀਸਰੇ ਦੇਸ਼ ਇਕੰਤੇ। ਹੁਣ ਕਸ਼ਟ ਯੋਗ ਦਾ ਤੀਸਰਾ ਅੰਗ ਹੈ ਇਕਾਂਤ ਦੇਸ਼। ਪਹਿਲਾ ਸੀ ਯਮ, ਦੂਸਰਾ ਸੀ ਨੇਮ, ਹੁਣ ਤੀਸਰਾ ਦੱਸ ਰਹੇ ਨੇ ਇਕਾਂਤ ਦੇਸ਼। ਹਾਂਜੀ, ਨਰ ਬਚ ਸੁਨੀਏ ਨ ਤਾਏ ਬਸੰਤੇ। ਇਕਾਂਤ ਦੇਸ਼ ਕੀ ਹੁੰਦਾ? ਜਿਵੇਂ ਕਿਤੇ ਇਕਾਗਰ ਹੋ ਕੇ ਇਕੱਲੇ ਬਹਿ ਜਾਣਾ। ਆਪਾਂ ਵੀ ਅੰਮ੍ਰਿਤ ਵੇਲੇ ਇਕਾਂਤ ਦੇਸ਼ 'ਚ ਹੀ ਹੁੰਨੇ ਆ ਨਾ। ਇਹ ਕਸ਼ਟ ਯੋਗ ਦਾ ਚੌਥਾ ਅੰਗ ਦੱਸ ਰਹੇ ਨੇ ਮਹਾਰਾਜ ਜੀ ਕਿ ਇਕਾਂਤ, ਤੀਸਰਾ ਅੰਗ ਕਿ ਇਕਾਂਤ ਦੇਸ਼, ਕਿ ਇਕਾਂਤ ਵਿੱਚ ਬੈਠਣਾ। ਤਦੇ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਾਬਾ ਬਕਾਲਾ ਸਾਹਿਬ ਭੌਰੇ 'ਚ ਬੈਠੇ ਤੇ 26 ਸਾਲ ਤੋਂ ਵੱਧ ਸਮਾਂ ਉੱਥੇ ਰਹੇ ਇਕਾਂਤ ਭਜਨ ਵਾਸਤੇ ਬਹਿਣਾ। ਬਾਬਾ ਦੀਪ ਸਿੰਘ ਸਾਹਿਬ ਜੀ ਦਾ ਭੌਰਾ ਹੈ ਦਮਦਮਾ ਸਾਹਿਬ, ਗੁਰੂ ਕਾਸ਼ੀ। ਬੜੇ ਬੜੇ ਮਹਾਂਪੁਰਸ਼ ਇਕਾਂਤ ਵਿੱਚ ਭਜਨ ਕਰਦੇ ਕਿ ਇਕਾਂਤ ਵਿੱਚ ਵੀ ਕਿਸੇ ਨਾਲ ਗੱਲਬਾਤ, ਕਿਸੇ ਦੀ ਕਾਨੀ ਨਾ ਪਵੇ, ਨਾ ਕਿਸੇ ਨਾਲ ਗੱਲਬਾਤ ਕਰੀਏ, ਆਪਣੇ ਪਰਮੇਸ਼ਰ ਦੇ ਰੰਗ 'ਚ ਰੰਗੇ ਰਹੀਏ। ਇਹ ਵੀ ਇੱਕ ਖੇਡ ਹੈ। ਅੱਜ ਕੱਲ੍ਹ ਇਹਨੂੰ ਪਖੰਡ ਦੇ ਨਾਲ ਜੋੜ ਦਿੰਦੇ ਹੈ ਵੀ ਪਰਮੇਸ਼ਰ ਦਾ ਭਜਨ ਕਰਨਾ ਪਖੰਡ ਹੈ। ਇਹ ਜੋ ਕੁਝ ਕਰਦੇ ਆ ਉਹ ਸੱਤ ਹੈ। ਰੰਗ ਬਰੰਗੇ ਹੋਰ ਤਰੀਕਿਆਂ ਦੇ ਕੱਪੜੇ ਪਹਿਨਣੇ, ਕਈ ਤਰ੍ਹਾਂ ਦੇ ਖੇਖਣ ਕਰਨੇ, ਉਹ ਪਖੰਡ ਨਹੀਂ। ਜੇ ਕੋਈ ਬਹਿ ਕੇ ਇਕੱਲਾ ਰੱਬ ਰੱਬ ਕਰੇ, ਭਜਨ ਕਰੇ, ਉਹ ਪਖੰਡ। ਵੇਖਿਆ, ਇਹਨੂੰ ਕਹਿੰਦੇ ਕਲਯੁਗ। ਰਾਤੇ ਕੀ ਨਿੰਦਾ ਕਰੈ ਐਸਾ ਕਲ ਮੈਂ ਡੀਠਾ। ਕਲਯੁਗ ਦਾ ਸੁਭਾਅ ਕੀ ਆ? ਰੱਬ ਦੇ ਰੰਗਿਆਂ ਹੋਇਆਂ ਦੀ ਨਿੰਦਾ ਕਰਨੀ, ਪਰਮੇਸ਼ਰ ਦੇ ਪਿਆਰਿਆਂ ਦੀ ਨਿੰਦਾ ਕਰਨੀ। ਇਹ ਕਲਯੁਗ ਦਾ ਸੁਭਾਅ ਹੈ। ਇਕਾਂਤ ਦੇਸ਼, ਇਕਾਂਤ ਵੀ ਅੰਮ੍ਰਿਤ ਵੇਲਾ ਆਪਾਂ ਹੀ ਸਾਂਭਦੇ ਆ, ਉਹ ਵੀ ਤਾਂ ਇਕਾਂਤ। ਅੰਮ੍ਰਿਤ ਵੇਲਾ ਕਿਉਂ ਮਹਾਰਾਜ ਜੀ ਨੇ ਕਿਹਾ? ਉਦੋਂ ਸ਼ੋਰ ਦੁਨੀਆ ਦਾ ਸ਼ੋਰ ਸ਼ਰਾਬਾ ਨਹੀਂ ਹੁੰਦਾ, ਸ਼ਾਂਤੀ ਦਾ ਸਮਾਂ। ਕੁਝ ਸਮੇਂ ਲਈ ਇਕਾਂਤ ਵਿੱਚ ਬੈਠ ਕੇ ਰੱਬ ਰੱਬ ਕਰੋ, ਪਰਮੇਸ਼ਰ ਦਾ ਭਜਨ ਕਰੋ। ਅੰਮ੍ਰਿਤ ਵੇਲੇ ਦਾ ਮਤਲਬ ਇਹੀ ਹੈ ਨਾ। ਇਹਨੂੰ ਇਕਾਂਤ ਦੇਸ਼ ਕਹਿੰਦੇ ਹਨ। ਹਾਂਜੀ, ਚੌਥੇ ਅੰਗ ਯੋਗ ਕਾ ਆਸਨ। ਕਸ਼ਟ ਯੋਗ ਦਾ ਚੌਥਾ ਅੰਗ ਹੈ ਆਸਣ। ਉਹ ਹੁਣ ਦੱਸਦੇ ਨੇ। ਵੇਦ ਜੋਗੀਸ਼ਰ ਕਰਹੀ ਭਾਸ਼ਣ। ਯੋਗ ਜਿਹੜਾ ਪਤੰਜਲੀ ਯੋਗ ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਜਿਹੜੇ ਆਸਣ ਦੱਸੇ ਨੇ, ਯੋਗ ਦਾ ਚੌਥਾ ਅੰਗ ਆਸਣ ਦੱਸਿਆ ਜਾਂਦਾ। ਹਾਂਜੀ, ਜੇਤੇ ਜੀਵ ਜਗਤ ਮੈਂ ਜਾਨੋ। ਕਿ ਜਿਤਨੇ ਵੀ ਜਗਤ ਵਿੱਚ ਜੀਵ ਨੇ, 84 ਲੱਖ ਜੋਨੀਆਂ ਨੇ। ਹਾਂਜੀ, ਆਸਨ ਤੇ ਹੀ ਪਰਮਾਨੋ। ਉਹਨਾਂ ਦੀਆਂ ਜਿੰਨੀਆਂ ਬੈਠਕਾਂ ਨੇ, ਜਿਵੇਂ ਜਿਵੇਂ ਉਹ ਬਹਿੰਦੇ ਆ, ਕੁੱਕਰ ਕਿਵੇਂ ਬਹਿੰਦਾ, ਹਾਥੀ ਕਿਵੇਂ ਬਹਿੰਦਾ, ਊਂਠ ਕਿਵੇਂ ਬਹਿੰਦਾ, ਗਊ ਕਿਵੇਂ ਬਹਿੰਦੀ ਹੈ, ਘੋੜਾ ਕਿਵੇਂ ਬਹਿੰਦਾ, ਇਹ ਸੱਪ ਦਾ ਆਸਣ ਕਿਸ ਤਰ੍ਹਾਂ ਦਾ ਹੈ। 84 ਲੱਖ ਜੋਨੀਆਂ ਦੀ ਬੈਠਕ ਵੀ ਤਾਂ 84 ਲੱਖ ਹੀ ਹੈ ਨਾ। ਉਹ ਸਾਰੇ ਆਸਣ ਨੇ। ਮੰਡੂਕ ਆਸਣ, ਕੂਰਮ ਆਸਣ, ਕਈ ਤਰ੍ਹਾਂ ਦੇ ਆਸਣਾਂ ਦੇ ਨਾਮ ਨੇ। ਹਾਂਜੀ, ਤਿੰਨ ਤੇ ਯੁਗਮ ਸ਼ਿਰੋਮਣ ਬੀਨੇ। ਕਹਿੰਦੇ ਉਹਨਾਂ 84 ਲੱਖ ਆਸਣਾਂ ਚੋਂ 2 ਮੁੱਖ ਮੰਨੇ ਜਾਂਦੇ ਨੇ ਸ਼੍ਰੋਮਣੀ। ਹਾਂਜੀ, ਮਹਾਪੁਰਖ ਇਤ ਕਰ ਸੋ ਲੀਨੇ। ਉਹ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੇ ਗ੍ਰਹਿਣ ਕੀਤੇ 2 ਆਸਣ। ਸਿੱਧ ਆਸਨ ਪਦਮਾਸਨ 2। ਇੱਕ ਹੁੰਦਾ ਸਿੱਧ ਆਸਣ ਤੇ ਇੱਕ ਹੁੰਦਾ ਪਦਮ ਆਸਣ। ਹਾਂਜੀ, ਤਿਨੇ ਜੇ ਲੱਛਣ ਸੁਨੀਏ ਸੋ। ਹੁਣ ਸਿੱਧ ਆਸਣ ਕੀ ਆ ਉਹ ਵੀ ਸੁਣੋ, ਇਹਦੇ ਲੱਛਣ। ਇਹ ਕਿਵੇਂ ਪਤਾ ਲੱਗੇ ਵੀ ਇਹ ਸਿੱਧ ਆਸਣ ਹੈ? ਹਾਂਜੀ, ਚਿਤ ਕਛ ਖੋਦ ਮ੍ਰਿਦੁਲ ਤ੍ਰਿਣ ਪਾਏ। ਸਿੱਧ ਆਸਣ ਹੁੰਦਾ ਵੀ ਥੋੜੀ ਜਿਹੀ ਜ਼ਮੀਨ ਖੋਤਰ ਲੈਣੀ, ਉਹਦੇ ਥੱਲੇ ਕੂੜਾ ਕੂੜਾ ਘਾਹ ਜਿਹੜਾ ਉਹ ਵਿਛਾ ਲੈਣਾ। ਵੈਸੇ ਪੁਨ ਪਟ ਬਿਮਲ ਵਿਛਾਏ। ਉਹਦੇ ਤੇ ਕੋਈ ਸਾਫ਼ ਕੱਪੜਾ ਵਿਛਾ ਕੇ ਬੈਠ ਜਾਣਾ। ਹੋਏ ਪਾਵਨ ਨੇ ਅੰਗ ਡੁਲਾਏ। ਪਵਿੱਤਰ ਸਰੀਰ ਸ਼ੁੱਧ ਕਰਕੇ ਬਹਿ ਜਾਏ ਤੇ ਸਰੀਰ ਦੇ ਅੰਗਾਂ ਨੂੰ ਨਾ ਹਿਲਾਵੇ। ਬਾਮ ਪੈਰ ਸੋ ਗੁਦਾ ਦਬਾਏ। ਆਪਣੇ ਖੱਬੇ ਪੈਰ ਨਾਲ ਆਪਣੀ ਗੁਦਾ ਨੂੰ, ਉਹਦੀ ਜਿਹੜੀ ਅੱਡੀ ਹੁੰਦੀ ਖੱਬੇ ਪੈਰ ਦੀ, ਉਹਦੇ ਨਾਲ ਗੁਦਾ ਨੂੰ ਦਬਾ ਲੈਣਾ। ਦੋਹਰਾ
ਇੰਦਰੀ ਪਰ ਦਹਿਨ ਤਰੇ ਅਗਰ ਨਾਸ ਕਾ ਧਿਆਨ। ਔਰ ਜਿਹੜਾ ਸੱਜਾ ਪੈਰ ਹੈ ਉਹਨੂੰ ਕਾਮ ਅੰਕੁਸ਼ ਦੇ ਉੱਤੇ ਲਾ ਲੈਣਾ। ਇਦਾਂ ਕਹਿੰਦੇ ਇਸ ਆਸਣ ਦੇ ਉੱਤੇ, ਇਸ ਪ੍ਰਸਥਿਤੀ ਦੇ ਉੱਤੇ ਬੈਠਣਾ, ਇਹਨੂੰ ਸਿੱਧ ਆਸਣ ਕਹਿੰਦੇ ਹਨ। ਸਿੱਧ ਆਸਨ ਏਕੋ ਪਨੇ ਯੋਗੀ ਕਰਤ ਸੁਜਾਨ। ਇਹਨੂੰ ਸਿੱਧ ਆਸਣ ਕਹਿੰਦੇ, ਯੋਗੀ ਲੋਕ ਇਹਨੂੰ ਗ੍ਰਹਿਣ ਕਰਦੇ ਨੇ। ਐਸਾ ਸਿੱਧ ਆਸਣ ਯੋਗੀ ਧਾਰਦੇ ਹਨ। ਚੌਪਈ ਦਾਏ ਪਗ ਪਰ ਧਰ ਕਰ ਬਾਵਾਂ। ਦੂਸਰਾ ਹੈ ਪਦਮ ਆਸਣ। ਪਦਮ ਆਸਣ ਕਿਹੜਾ? ਕਿ ਆਪਣਾ ਸੱਜਾ ਪੈਰ ਖੱਬੇ ਪੱਟ ਦੇ ਉੱਤੇ ਰੱਖ ਲੈਣਾ, ਬਾਵੇਂ ਪਰ ਕਰ ਦਹਿਨ ਟਿਕਾਵਾ। ਔਰ ਜਿਹੜਾ ਖੱਬਾ ਪੈਰ ਹੈ ਉਹਨੂੰ ਸੱਜੇ ਪੱਟ ਦੇ ਉੱਤੇ ਟਿਕਾ ਲੈਣਾ। ਦੋਨੋਂ ਭੁਜਾ ਕੰਡ ਕਰ ਪਾਛੇ। ਔਰ ਫਿਰ ਦੋਵੇਂ ਬਾਹਾਂ ਪਿਛਲੇ ਪਾਸਿਓਂ ਘੁਮਾ ਕੇ, ਸੱਜੀ ਬਾਹ ਦੇ ਨਾਲ ਘੁਮਾ ਕੇ ਜਿਹੜਾ ਸੱਜਾ ਪੈਰ ਰੱਖਿਆ ਹੋਇਆ ਖੱਬੇ ਪੱਟ ਤੇ ਉਹਦਾ ਅੰਗੂਠਾ ਪਕੜਨਾ, ਤੇ ਖੱਬੀ ਬਾਹ ਪਿਛਲੇ ਪਾਸਿਓਂ ਘੁਮਾ ਕੇ ਜਿਹੜਾ ਖੱਬਾ ਪੈਰ ਸੱਜੇ ਪੱਟ ਤੇ ਰੱਖਿਆ ਉਹਦਾ ਅੰਗੂਠਾ ਪਕੜ ਕੇ ਬੈਠਣਾ, ਲੱਕ ਸਿੱਧੀ ਕਰਕੇ। ਗਹੇ ਅੰਗੂਠੇ ਪਗ ਦੇੜੇ ਆਛੇ। ਪਰ ਮਜ਼ਬੂਤੀ ਦੇ ਨਾਲ ਦੋਨਾਂ ਪੈਰਾਂ ਦੇ ਅੰਗੂਠੇ ਪਕੜ ਲਵੇ, ਪਿੱਛੋਂ ਬਾਹਾਂ ਘੁਮਾ ਕੇ। ਭੂਕੋ ਕਿਦੋਂ ਨਾਸ ਕਾ ਧਿਆਨ। ਤੇ ਧਿਆਨ ਕਿਵੇਂ ਕਰੇ? ਜਾਂ ਜ਼ਮੀਨ ਵੱਲ ਵੇਖੀ ਜਾਵੇ, ਜਾਂ ਆਪਣੀ ਨੱਕ ਦੀ ਜਿਹੜੀ ਕਰੁੰਬਲੀ ਹੈ ਇਹਨੂੰ ਵੇਖੀ ਜਾਵੇ। ਕਰ ਬੈਸੇ ਪਦਮ ਆਸਨ ਜਾਨਾ। ਇਦਾਂ ਬੈਠ ਜਾਵੇ, ਇਸ ਪੋਜੀਸ਼ਨ ਵਿੱਚ ਬੈਠ ਜਾਵੇ, ਉਹਨੂੰ ਕਹਿੰਦੇ ਆ ਪਦਮ ਆਸਣ। ਆਪਾਂ ਜਿਹੜਾ ਚੌਂਕੜਾ ਮਾਰ ਕੇ ਬੈਠੇ ਆ ਸਹਿਜ ਆਸਣ ਗੁਰਮਤਿ ਦਾ, ਤੇ ਇੱਕ ਸਹਿਜ ਪਦਮ ਆਸਣ ਵੀ ਹੁੰਦਾ ਵੀ ਬਾਹਾਂ ਪਿੱਛੋਂ ਘੁਮਾ ਕੇ ਅੰਗੂਠੇ ਪਕੜਨੇ ਬਹੁਤ ਔਖੇ ਹੈ। ਉਦਾਂ ਹੀ ਪੈਰ ਦੋਵਾਂ ਪੱਟਾਂ ਤੇ ਰੱਖ ਕੇ ਸੱਜਾ ਖੱਬੇ ਤੇ ਖੱਬਾ ਸੱਜੇ ਤੇ, ਇਸ ਅਵਸਥਾ 'ਚ ਬਹਿਣ ਨਾਲ ਰੀੜ੍ਹ ਦੀ ਹੱਡੀ ਥੋੜੀ ਜਿਹੀ ਸਿੱਧੀ ਰਹਿੰਦੀ ਹੈ, ਆਲਸ ਨਹੀਂ ਪੈਂਦਾ, ਦਲਿੱਦਰ ਨਹੀਂ ਪੈਂਦਾ। ਇਹਨੂੰ ਵੀ ਸਹਿਜ ਪਦਮ ਆਸਣ ਕਹਿ ਦਿੰਦੇ ਆ। ਹਾਂਜੀ। ਅੰਗ ਪੰਚਮੋ ਪ੍ਰਾਣਾਯਾਮ। ਇਹ ਚੌਥਾ ਅੰਗ ਹੈ ਕਸ਼ਟ ਯੋਗ ਦਾ। ਗੁਰਮਤਿ ਵਿੱਚ ਤਾਂ ਸਹਿਯੋਗ ਚੌਂਕੜਾ ਲਾ ਕੇ ਬਹਿ ਜਾਓ। ਸਰੀਰ ਦੇ ਵਿੱਚ ਕਿਸੇ ਪ੍ਰਕਾਰ ਦਾ ਆਲਸ ਹੈ, ਸਰੀਰ ਦੀ ਪਰਿਸਥਿਤੀ ਕੁਝ ਐਸੀ ਹੈ, ਨਹੀਂ ਚੌਂਕੜਾ ਲੱਗ ਸਕਦਾ, ਤਾਂ ਘਰ ਵਿੱਚ ਬੈਠਾ ਆਪਣੇ ਆਨੰਦ ਨਾਲ ਭਾਵੇਂ ਲੇਟਿਆ ਹੋਇਆ ਵੀ ਸਿਮਰਨ ਭਜਨ ਕਰ ਸਕਦਾ। ਗੁਰਮਤਿ ਦਾ ਸਹਿਜ ਮਾਰਗ ਹੈ। ਪਾਤਸ਼ਾਹ ਨੇ ਸਾਨੂੰ ਇਤਨਾ ਸੁਖੈਨ ਕਰ ਦਿੱਤਾ, ਇਤਨਾ ਸਹਿਜ ਮਾਰਗ ਦੇ ਦਿੱਤਾ ਵੀ ਜੇ ਬੈਠਣ ਦੀ ਸਰੀਰ ਦੇ ਵਿੱਚ ਤਾਕਤ ਨਹੀਂ ਹੈ ਤੇ ਲੇਟਿਆ ਹੋਇਆ ਵੀ ਪਰਮੇਸ਼ਰ ਦਾ ਭਜਨ ਕਰ ਸਕਦਾ। ਗੁਰਬਾਣੀ ਪੜ੍ਹਨ ਵੇਲੇ ਜ਼ਰੂਰ ਅਦਬ ਰੱਖਣਾ, ਸਤਿਕਾਰ ਰੱਖਣਾ। ਹਾਂਜੀ। ਅੰਗ ਪੰਚਮੋ ਪ੍ਰਾਣਾਯਾਮ। ਪੰਜਵਾਂ ਅੰਗ ਜਿਹੜਾ ਹੈ ਕਸ਼ਟ ਯੋਗ ਦਾ ਉਹ ਹੈ ਪ੍ਰਾਣਾਯਾਮ। ਹਾਂਜੀ। ਪੂਰਕ ਕੁੰਭਕ ਰੇਚਕ ਨਾਮ। ਪ੍ਰਾਣਾਯਾਮ ਜਿਹੜਾ ਹੁੰਦਾ ਉਹ ਹੁੰਦਾ ਪੂਰਕ, ਰੇਚਕ ਤੇ ਕੁੰਭਕ। ਇਹਦੀਆਂ ਤਿੰਨ ਪ੍ਰਕਿਰਿਆਵਾਂ ਨੇ, ਈੜਾ ਪਿੰਗਲਾ ਤੇ ਸੁਖਵਨਾ, ਤਿੰਨ ਨਾੜੀਆਂ ਦੁਆਰਾ ਪੂਰਕ, ਰੇਚਕ ਤੇ ਕੁੰਭਕ ਹੈ। ਹਾਂਜੀ। ਬਾਹਰ ਤੇ ਮਨ ਸੁਰਤ ਟਿਕਾਵੇ। ਬਾਹਰੋਂ ਆਪਣੇ ਮਨ ਤੇ ਆਪਣੀ ਸੁਰਤ ਨੂੰ ਟਿਕਾਉਣਾ। ਦੈਨੇ ਸੁਰ ਤੇ ਪ੍ਰਾਣ ਚੜਾਵੇ। ਆਪਣੀ ਜਿਹੜੀ ਸੱਜੀ ਨਾਸਕ ਹੈ ਇਹਦੇ ਵਿੱਚੋਂ ਪ੍ਰਾਣ ਉੱਪਰ ਖਿੱਚਣੇ। ਹਾਂਜੀ। ਖੇਚਤ ਦੁਆਦਸ਼ ਮਾਤਰੇ ਜੋਏ। ਜਦੋਂ ਉੱਪਰ ਖਿੱਚੇ ਓੰਕਾਰ ਦੀ ਧੁਨ ਨੂੰ, ਉਹਦੀਆਂ ਮਾਤਰਾਵਾਂ, ਉਹਦੇ ਹਿੱਸੇ ਜਿਹੜੇ ਨੇ 12 ਬਣਾ ਕੇ ਉੱਪਰ ਨੂੰ ਖਿੱਚੇ। ਓੰਕਾਰ ਜਪੇ ਤਬ ਸੋਏ। ਕਹਿੰਦੇ ਸੱਜੀ ਨਾਸਕਾ ਨਾਲ ਓਮ, ਜਾਂ ਏਦਾਂ ਯੋਗੀ ਲੋਕ ਕਰਦੇ ਸਨ, ਤੇ ਉਹ ਸੱਜੀ ਨਾਸਕਾ ਨਾਲ 12 ਵਾਰੀ ਪਹਿਲਾਂ 12 ਮਾਤਰਾ ਕਰਕੇ ਮੰਤਰ ਦੀਆਂ ਨਾਸਕਾ ਦੁਆਰਾ ਉੱਪਰ ਸਵਾਸ ਖਿੱਚਦੇ। ਜਿੱਤੇ ਪ੍ਰਾਣ ਅੰਤਰ ਠਹਿਰਾਵੇ। ਫਿਰ ਉਹਨਾਂ ਨੂੰ ਰੋਕਣਾ ਉੱਤੇ। ਕਹਿੰਦੇ ਜਦੋਂ ਉੱਤੇ ਟਿਕਾਣਾ ਉਦੋਂ ਉਹਨੂੰ ਮੰਤਰ ਨੂੰ 24 ਮਾਤਰਾਵਾਂ ਵਿੱਚ ਵੰਡ ਲੈਣਾ। ਜਾਪ ਕਰੇ
ਤੈ ਸਮੇਂ ਉਚਾਰਾ। ਕਹਿੰਦੇ ਉਹ ਸਮਾਂ, ਇੰਨਾ ਸਮਾਂ ਉਹਦੇ ਵਿੱਚ ਵੀ 24 ਵੇਰੀ ਉਹਦਾ ਜਾਪ ਹੋ ਜਾਵੇ। ਪਾਵੇ ਸੁਰਸੋਂ ਕਰੇ ਉਤਾਰਾ। ਫਿਰ ਉਹਨੂੰ ਖੱਬੀ ਨਾਸਕਾ ਦੇ ਦੁਆਰਾ ਲਾਹ ਦੇਵੇ, ਉਤਾਰ ਦੇਵੇ। ਦੁਆਦਸ਼ ਮਾਤਰਾ ਜਪ ਓੰਕਾਰਾ। ਕਹਿੰਦੇ ਜਦੋਂ ਉਤਾਰੇ ਉਦੋਂ ਵੀ 12 ਮਾਤਰਾ ਵਿੱਚ, ਜਦੋਂ ਖਿੱਚੇ ਉਦੋਂ ਵੀ 12 ਮਾਤਰਾ, ਜਦੋਂ ਰੋਕੇ ਉਦੋਂ 24 ਮਾਤਰਾ ਵਾਰੀ, ਯਾਨੀ ਕਿ 24 ਵੇਰੀ ਉਹਦਾ ਜਾਪ ਹੋ ਜਾਵੇ। ਰੇਚਕ ਜਾਂ ਕੋ ਨਾਮ ਕਹੀਜੈ। ਕਹਿੰਦੇ ਜਦੋਂ ਨੱਕ ਰਾਹੀਂ ਤਿਆਗਦਾ ਉਹਨੂੰ ਕਹਿੰਦੇ ਆ ਰੇਚਕ, ਜਦੋਂ ਉੱਪਰ ਖਿੱਚਦਾ ਉਹਨੂੰ ਕਹਿੰਦੇ ਨੇ ਪੂਰਕ, ਜਦੋਂ ਟਿਕਾ ਲੈਂਦਾ ਆਪਣੀ ਸੁਸ਼ਮਨਾ ਦੇ ਵਿੱਚ ਦਸਮ ਦੁਆਰ ਵਿੱਚ ਉਹਨੂੰ ਕੁੰਭਕ ਕਹਿੰਦੇ ਹਨ। ਸਨੇ ਸਨੇ ਜੋ ਛੋੜਨ ਕੀਜੈ। ਸਹਿਜੇ ਸਹਿਜੇ ਜਿਹੜਾ ਉਹਨੂੰ ਛੱਡਣਾ ਹੈ। ਤੈਸੇ ਹੀ ਬਾਏਂ ਤੇ ਦਾਏਂ। ਕਹਿੰਦੇ ਪਹਿਲਾਂ ਸੱਜੀ ਨੱਕ ਦੁਆਰਾ ਖਿੱਚਦੇ ਆ, ਉਹ ਕਰਦਿਆਂ ਕਰਦਿਆਂ ਫਿਰ ਖੱਬੀ ਨੱਕ ਦੁਆਰਾ ਖਿੱਚਣਾ, ਫਿਰ ਸੱਜੀ ਰਾਹੀਂ ਤਿਆਗਣਾ। ਏਦਾਂ ਉਹਨੂੰ ਪ੍ਰਕਾਰ ਨੂੰ ਬਦਲਦੇ ਰਹਿੰਦੇ ਹਨ। ਦਾਏਂ ਤੇ ਬਾਏਂ ਸੋ ਚੜਾਏ। ਕਹਿੰਦੇ ਫਿਰ ਬਾਏਂ ਤੋਂ ਸੱਜੇ ਪਾਸੇ ਤੇ ਦਾਏਂ ਤੋਂ ਖੱਬੇ ਪਾਸੇ, ਏਦਾਂ ਕਹਿੰਦੇ ਪ੍ਰਕਿਰਿਆ ਕਰੀ ਜਾਵੇ। ਖੁੱਲੇ ਰਾਏ ਤ੍ਰਿਕੁਟੀ ਇਸ ਢਾਰਾ। ਜਦੋਂ ਏਦਾਂ ਪ੍ਰਾਣਾਯਾਮ ਕਰਦਾ ਤੇ ਫਿਰ ਤ੍ਰਿਕੁਟੀ ਦਾ ਜਿਹੜਾ ਰਾਹ ਹੈ ਉਹ ਖੁੱਲ ਜਾਂਦਾ ਦਸਮ ਦੁਆਰ ਦਾ। ਇਹ ਯੋਗੀ ਕਰਦੇ ਆ। ਗੁਰਸਿੱਖ ਦੀ ਸਾਧਨਾ ਹੀ ਜਿਹੜੀ ਆ ਗੁਰਮੰਤਰ ਦਾ ਅਭਿਆਸ, ਉਹ ਸੁੱਤੇ ਸਿੱਧ ਉੱਥੇ ਲੈ ਜਾਂਦੀ ਹੈ ਗੁਰਸਿੱਖ ਨੂੰ ਐਸੇ ਯੋਗ ਤੋਂ, ਕਿਉਂਕਿ ਇਹਦੀਆਂ ਪ੍ਰਕਿਰਿਆਵਾਂ ਬੜੀਆਂ ਜਾ ਕੇ ਸੂਖਮ ਹੋ ਜਾਂਦੀਆਂ ਨੇ। ਅੱਜ ਦਾ ਸਮਾਂ ਉਹੋ ਜਿਹਾ ਨਹੀਂ, ਕਾਲ ਨਹੀਂ, ਜੋਗ ਨਹੀਂ, ਨਾ ਹੀ ਸਤ ਕਾ ਢੱਬ। ਹੁਣ ਸਮਾਂ ਨਹੀਂ ਯੋਗ ਦਾ, ਹੁਣ ਸਮਾਂ ਸਿੱਧਾ ਸਿਮਰਨ ਭਜਨ ਕਰਨਾ ਔਰ ਆਪਣੇ ਨੇਤਰਾਂ ਦੇ ਵਿਚਕਾਰ ਧਿਆਨ ਧਾਰਨ ਕਰਕੇ ਗੁਰਮੰਤਰ ਦਾ ਅਭਿਆਸ ਕਰਨਾ। ਸੁੱਤੇ ਸਿੱਧ ਖੇਡ ਬਣ ਜਾਂਦੀ ਹੈ। ਪਰ ਪਹਿਲਾਂ ਇਹ ਕਸ਼ਟ ਯੋਗ ਦੁਆਰਾ ਯੋਗੀ ਲੋਕ ਕਰਦੇ, ਤ੍ਰਿਕੁਟੀ ਦਾ ਰਾਹ ਖੋਲ ਲੈਂਦੇ। ਠਹਿਰੇ ਪ੍ਰਾਣ ਜੇ ਦਸਵੇਂ ਦੁਆਰ। ਫਿਰ ਉਹ ਦਸਮ ਦੁਆਰ ਵਿੱਚ ਆਪਣੇ ਪ੍ਰਾਣ ਟਿਕਾ ਲੈਂਦੇ। ਤਬੇ ਅਨਾਹਦ ਕੀ ਧੁਨ ਖੁੱਲੇ। ਉੱਥੇ ਫਿਰ ਉਹਨਾਂ ਦੀ ਅਨਾਹਦ ਧੁਨ ਜਿਹੜੀ ਹੈ, ਜਿਹਨੂੰ ਅਨਹਦ ਨਾਦ ਕਹਿੰਦੇ ਨੇ, ਉਹ ਧੁਨ ਖੁੱਲ ਜਾਂਦੀ ਹੈ। ਦਰਸ਼ਨ ਪਰਮ ਜੋਤ ਕੋ ਮਿਲੇ। ਕੋਈ ਵਿਰਲਾ ਹੀ ਹੈ ਫਿਰ ਜਿਹੜਾ ਅੱਗੇ ਜਾ ਕੇ ਪਰਮ ਜੋਤ ਤੱਕ ਪਹੁੰਚਦਾ, ਨਹੀਂ ਤਾਂ ਇੱਥੇ ਉਲਝੇ ਰਹਿੰਦੇ। ਪਰਮ ਜੋਤ ਤੱਕ ਕੋਈ ਵਿਰਲਾ ਯੋਗੀ ਪਹੁੰਚਦਾ। ਝਿਲ ਮਿਲਕਾਰ ਮਹਾਨ ਪ੍ਰਕਾਸ਼ਾ। ਜਦੋਂ ਉਸ ਪਰਮ ਜੋਤ ਨੂੰ ਵੇਖਦਾ ਤੇ ਫਿਰ ਉੱਥੇ ਤਹ ਝਿਲ ਮਿਲਕਾਰ ਦਸੰਤਾ, ਤਹ ਅਨਹਦ ਸ਼ਬਦ ਵਜੰਤਾ, ਏਦਾਂ ਦੀ ਅਵਸਥਾ ਤੱਕ ਪਹੁੰਚ ਜਾਂਦੇ। ਜੇ ਪਿਕੋ ਹੋਏ ਵਿਸ਼ੇਖ ਸੁਖ ਰਾਸਾ। ਕਹਿੰਦੇ ਜਿਸ ਨੂੰ ਵੇਖ ਕੇ ਭਾਰੀ ਸੁਖ ਪ੍ਰਾਪਤ ਹੁੰਦਾ। ਦੋਹਰਾ ਜਿਉ ਜਿਉ ਧਰਈ ਧਿਆਨ ਕੋ, ਤਿਉ ਤਿਉ ਧੁਨ ਵਧ ਜਾਏ। ਜਿਵੇਂ ਜਿਵੇਂ ਫਿਰ ਉਹ ਸਾਧਕ ਧਿਆਨ ਧਾਰਦਾ ਤੇ ਜਿਹੜੀ ਉਹ ਅਨਹਦ ਧੁਨ ਹੈ ਉਹ ਤਿਉਂ ਤਿਉਂ ਵੱਧਦੀ ਚਲੀ ਜਾਂਦੀ ਹੈ। ਉਹਦਾ ਨਾਦ ਵੀ ਵੱਧਦਾ ਚਲਿਆ ਜਾਂਦਾ ਹੈ। ਖਸ਼ਟ ਅੰਗ ਹੈ ਯੋਗ ਕਾ, ਧਿਆਨ ਤਰਤ ਸੁਖ ਪਾਏ। ਇਹ ਸੀ ਪੰਜਵਾਂ ਅੰਗ ਯੋਗ ਦਾ, ਜਿਹਨੂੰ ਕਹਿੰਦੇ ਨੇ ਪ੍ਰਾਣਾਯਾਮ। ਇਸ ਤਰੀਕੇ ਨਾਲ ਪ੍ਰਾਣਾਯਾਮ ਕਰਦੇ ਸਨ ਯੋਗੀ ਲੋਕ। ਤੋ ਦਸਮ ਦੁਆਰ ਦੇ ਵਿੱਚ ਕਈ ਸੁਰਤ ਟਿਕਾ ਲੈਂਦੇ, ਉੱਥੇ ਉਲਝ ਜਾਂਦੇ। ਕਈ ਅੱਗੇ ਕੋਈ ਵਿਰਲਾ ਹੀ ਸੀ ਜਿਹੜਾ ਯੋਗੀ ਅੱਗੇ ਪਹੁੰਚਦਾ ਉੱਥੇ ਪਰਮ ਤੱਤ ਤੱਕ, ਨਹੀਂ ਤਾਂ ਮਛੰਦਰ ਨਾਥ ਵਰਗੇ ਇੱਥੇ ਤੱਕ ਪਹੁੰਚ ਕੇ ਵੀ ਉਲਝ ਗਏ। ਮਹਾਰਾਜ ਜੀ ਦੇ ਬਚਨ ਨਾ ਪਾਠ ਪੜਿਓ ਅਰ ਭੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨ ਛੁਟਕਿਓ, ਅਦਕ ਅਹੰਗ ਬੁੱਧ ਬਾਧੇ। ਪਿਆਰੇ ਇਨ ਵਿਦ ਮਿਲਣ ਨ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰਾ, ਦੀਜੈ ਬੁੱਧ ਬਵੇਕਾ। ਉਹ ਨਿਉਲੀ ਕਰਮ, ਭਯੰਗਮਾ ਨਾੜੀ ਸਾਧਣੀ, ਇਹ ਪ੍ਰਾਣਾਯਾਮ ਦਾ ਹੀ ਪ੍ਰਕਾਰ ਸੀ। ਉਹ ਇੰਨਾ ਕੁ ਕਰ ਲੈਂਦੇ ਪਰ ਉੱਥੇ ਨਾ ਪਹੁੰਚਦੇ ਜਿੱਥੇ ਪਹੁੰਚਣਾ। ਉਰੇ ਉਲਝ ਕੇ ਰਹਿ ਜਾਣਾ, ਪੰਜਾਂ ਤੋਂ ਫਿਰ ਵੀ ਸੰਗ ਨਹੀਂ ਸੀ ਛੁੱਟਦਾ। ਉਹ ਕਹਿੰਦੇ ਏਦਾਂ ਵੀ ਨਹੀਂ ਮਿਲਦਾ। ਜੋਗ ਸਿੱਧ ਆਸਣ 84 ਏ ਪੀ ਕਰ ਕਰ ਰਹਿਆ, ਵੱਡੀ ਯਾਰ ਜਾ ਫਿਰ ਜਨਮੈ, ਹਰ ਸਿਉ ਸੰਗ ਨ ਗਹਿਆ। ਆ ਜਿਹੜੇ ਯੋਗ ਸਿੱਧ ਆਸਣ ਨੇ ਇਹ ਵੀ ਕਰ ਕਰਕੇ ਰਹਿ ਗਏ। ਕਹਿੰਦੇ ਕੁਝ ਫਿਰ ਵੀ ਗੱਲ ਨਹੀਂ ਬਣੀ ਪਰਮੇਸ਼ਰ ਦੇ ਸਰੂਪ ਦੀ, ਕਿਉਂਕਿ ਏਦਾਂ ਮਿਲਦਾ ਨਹੀਂ। ਮਿਲਣ ਦਾ ਰਾਹ ਤਾਂ ਭਾਈ ਉਹ ਤਾਂ ਪਰਮੇਸ਼ਰ ਦੀ ਦਇਆ, ਗੁਰੂ ਦੀ ਕਿਰਪਾ ਚਾਹੀਏ, ਫਿਰ ਗੱਲ ਬਣਦੀ ਹੈ। ਜੇ ਕੋਈ ਕਹੇ ਜੀ ਮੈਨੂੰ ਆਸਣ ਆਉਂਦੇ ਐ, 84 ਆਸਣ ਮੈਂ ਸਾਧ ਲੈਣਾ,
ਤੇ ਮੈਂ ਰੱਬ ਨੂੰ ਪਾ ਲਵਾਂਗਾ। ਮਹਾਰਾਜ ਕਹਿੰਦੇ ਤੇਰਾ ਭੁਲੇਖਾ ਹੈ, ਇਹ ਤੇਰਾ ਭਰਮ ਹੈ। ਤੋ ਇਹ ਅੰਗ ਨੇ ਜਿਹੜੇ ਕਸ਼ਟ ਯੋਗ ਦੇ 5 ਅੰਗ ਆਪਾਂ ਪਿੱਛੇ ਵਿਚਾਰ ਲਏ ਨੇ, ਤੇ 6ਵਾਂ ਅੰਗ ਜਿਹੜਾ ਉਹਦਾ ਵਰਣਨ ਹੋ ਰਿਹਾ ਉਹਨੂੰ ਕਹਿੰਦੇ ਆ ਧਿਆਨ। 6ਵਾਂ ਹੈ ਧਿਆਨ। ਧਿਆਨ ਕਿਵੇਂ ਹੈ? ਧਿਆਨ ਹੈ, ਫਿਰ ਧਾਰਨਾ ਹੈ, ਫਿਰ ਸਮਾਧੀ, ਇਦਾਂ 8 ਅੰਗ ਨੇ। ਧਿਆਨ ਦੇ ਸੰਬੰਧ ਵਿੱਚ ਜਿਹੜੀਆਂ ਵਿਚਾਰਾਂ ਸਾਹਿਬ ਨੇ ਦਸੀਆਂ ਨੇ ਉਹ ਆਪਾਂ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰਾਂਗੇ। ਗੁਰੂ ਸਾਹਿਬ ਜੀ ਦੀ ਕਥਾ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਕੀ ਸਦਾ ਬਵੇਕ ਹੈ ਅਪਰੰਪਰ ਹਰ ਹਰੇ ਪੀਓ ਵਣਿਆਰ ਹੈ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਓਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।